स्वागत है जी सारिਆਂ ਦਾ ਮੈਕਸ ਓਵਰਸੀਜ਼ ਦੇ ਆਨਲਾਈਨ ਪਲੇਟਫਾਰਮ ਦੇ ਉੱਤੇ। ਸੋ ਵੀ ਹੈਵ ਬੀਨ ਡਿਸਕਸਿੰਗ ਅਬਾਊਟ ਦ ਕੈਂਬਰਿਜ 17 ਤੇ ਉਸੇ ਸੀਰੀਜ਼ ਦੇ ਵਿੱਚ ਆਪਾਂ ਕੈਂਬਰਿਜ 17 ਦਾ ਫਸਟ ਐਂਡ ਸੈਕੰਡ ਪੈਰਾਗ੍ਰਾਫ ਡਿਸਕਸ ਕਰ ਲਿਆ ਹੈਗਾ ਆਲਰੇਡੀ। ਸੋ ਉਹ ਤੁਸੀਂ ਜਿਹੜਾ ਹੈਗਾ ਵੀਡੀਓਸ ਵਿੱਚ ਆ ਕੇ ਚੈੱਕ ਕਰ ਸਕਦੇ ਹੈਗੇ ਹੋ। ਤੇ ਆਪਾਂ ਅੱਜ ਜਿਹੜਾ ਹੈਗਾ ਥਰਡ ਪੈਰਾਗ੍ਰਾਫ ਡਿਸਕਸ ਕਰਨਾ ਹੈ। ਐਂਡ ਅਰ ਥਰਡ ਪੈਰਾਗ੍ਰਾਫ ਇਜ਼ ਟੂ ਕੈਚ ਅ ਕਿੰਗ। ਤਾਂ ਆਪਾਂ ਕਿਸੇ ਕਿੰਗ ਨੂੰ ਫੜਨਾ ਹੈਗਾ ਪੈਰਾਗ੍ਰਾਫ ਦੇ ਵਿੱਚ। ਸੋ ਲੈਟਸ ਗੈਟ ਸਟਾਰਟਡ ਕਿ ਕਿਹਨੂੰ ਫੜਨਾ ਹੈਗਾ। ਸੋ ਆਪਣੇ ਕੋਲੇ ਉਹ ਕਹਿੰਦੇ ਕਿ ਐਨਾ ਕੈਨੀ ਰਿਵਿਊ ਚਾਰਲਸ ਸਪੈਂਸਰ, ਕਿਸੇ ਬੰਦੇ ਨੇ ਰਿਵਿਊ ਕੀਤਾ ਹੈਗਾ ਚਾਰਲਸ ਸਪੈਂਸਰ ਨਾਮ ਦੇ ਪਰਸਨ ਦਾ ਬੁੱਕ ਹੈਗੀ ਆ ਅਬਾਊਟ ਦ ਹੰਟ ਫॉर ਕਿੰਗ ਚਾਰਲਸ ਸੈਕਿੰਡ ਡਿਊਰਿੰਗ ਦ ਇੰਗਲਿਸ਼ ਸਿਵਲ ਵਾਰ ਆਫ ਦ 17th ਸੈਂਚੁਰੀ। 17th ਸੈਂਚੁਰੀ ਦਾ ਕੀ ਮਤਲਬ ਹੋ ਗਿਆ 1601 ਤੋਂ ਲੈ ਕੇ 1699 ਤੱਕ ਜਿਹੜੀ ਹੈਗੀ ਆਪਾਂ 17th ਸੈਂਚੁਰੀ ਦੀ ਗੱਲ ਕਰ ਰਹੇ ਹਾਂ। ਤੇ ਆਪਾਂ ਕੀ ਕਹਿਣਾ ਹੈਗਾ ਕਿੰਗ ਚਾਰਲਸ ਦਾ ਸੈਕਿੰਡ ਨੂੰ ਕਿਵੇਂ ਫੜਿਆ ਗਿਆ ਸੀ ਜਾਂ ਕੀ ਉਹਦਾ ਸਿਸਟਮ ਸੀਗਾ, ਉਹਦੇ ਬਾਰੇ ਕਿਸੇ ਪਰਸਨ ਨੇ ਬੁੱਕ ਲਿਖੀ ਆ। ਤੇ ਹੁਣ ਆਪਾਂ ਬੁੱਕ ਦਾ ਕੀ ਪੜ੍ਹਨਾ ਹੈਗਾ, ਰਿਵਿਊ ਪੜ੍ਹਨਾ ਆ। ਕੀ ਰਿਵਿਊ ਕੀਤਾ ਗਿਆ ਮਤਲਬ ਜਿਹੜੀਆਂ ਵੀ ਚੀਜ਼ਾਂ ਇਹਦੇ ਚ ਕਹੀਆਂ ਗਈਆਂ ਹੈਗੀਆਂ ਉਹ ਕਿਸੇ ਪਰਸਨ ਨੇ ਇਸ ਬੁੱਕ ਬਾਰੇ ਆਪਣਾ ਰਿਵਿਊ ਲਿਖਿਆ ਆ। ਐਂਡ ਹੁਣ ਆਪਾਂ ਰਿਵਿਊ ਰੀਡ ਕਰਨਾ ਹੈ, ਠੀਕ ਹੈ। ਸੋ ਕੀ ਕਹਿ ਰਿਹਾ, ਸਭ ਤੋਂ ਪਹਿਲਾਂ ਤਾਂ ਆਪਾਂ ਦੇਖਦੇ ਹੈਗੇ ਆ ਇਹਦੇ ਕੁਐਸਚਨਸ। ਤਾਂ ਆਪਣੇ ਕੋਲੇ ਸਭ ਤੋਂ ਪਹਿਲਾਂ ਆ ਗਈਆਂ ਰਾਜੇ ਤੁਹਾਡੇ ਕੋਲੇ ਫਿਲ ਇਨ ਦਾ ਬਲੈਂਕਸ, ਠੀਕ ਹੈ। ਹੁਣ ਦੇਖੋ ਆ ਫਿਲ ਇਨ ਦਾ ਬਲੈਂਕਸ ਆਪਣੇ ਕੋਲੇ ਸਿਨੋਨਿਮਸ ਵਾਲੀਆਂ ਨੇ। ਸਾਨੂੰ ਪਤਾ ਲੱਗ ਗਿਆ ਜਿਹੜੇ ਵਰਡ ਹੁੰਦੇ ਆ ਐਗਜ਼ੈਕਟ ਨਹੀਂ ਹੁੰਦੇ, ਇਹ ਸਿਨੋਨਿਮ ਹੁੰਦੇ ਆ। ਸੋ ਆਪਾਂ ਇਹਨੂੰ ਰੀਡ ਕਰਦੇ ਆ। ਉਹ ਕਹਿੰਦੇ ਚਾਰਲਸ ਸੈਕਿੰਡ ਫਾਦਰ ਵਾਸ ਐਗਜ਼ੀਕਿਊਟਡ ਬਾਈ ਪਾਰਲੀਮੈਂਟਰੀਅਨ ਫੋਰਸਿਸ। ਪਾਰਲੀਮੈਂਟ ਦੀਆਂ ਜਿਹੜੀਆਂ ਫੋਰਸਿਸ ਸੀ ਉਹਨੇ ਕੀ ਕੀਤਾ, ਚਾਰਲਸ ਸੈਕਿੰਡ ਦੇ ਫਾਦਰ ਨੂੰ ਐਗਜ਼ੀਕਿਊਟ ਕਰਤਾ। ਐਗਜ਼ੀਕਿਊਟ ਕਰਨ ਦਾ ਮਤਲਬ ਕੀ ਹੋ ਗਿਆ, ਉਹਨਾਂ ਨੂੰ ਡੈਥ ਪੈਨੈਲਿਟੀ ਮਿਲੀ, ਠੀਕ ਹੈ, ਇਹਨਾਂ ਫੋਰਸਿਸ ਦੁਆਰਾ। ਕਦੋਂ 1649 ਦੇ ਵਿੱਚ, ਠੀਕ ਆ। ਚਾਰਲਸ ਸੈਕਿੰਡ ਦੈਨ ਫਾਰਮਡ ਅ ਡੈਸ਼ ਵਿਦ ਸਕਾਟਸ। ਉਹਨੇ ਸਕਾਟਸ ਨਾਲ ਕੋਈ ਚੀਜ਼ ਫਾਰਮ ਕੀਤੀ, ਹਨਾ। ਫਾਰਮ ਕੀਤਾ ਜਿਵੇਂ ਆਪਾਂ ਪੰਜਾਬੀ ਚ ਕਹਿ ਦਿੰਦੇ ਹਾਂ ਗੱਠ ਜੋੜ ਕੀਤਾ, ਕੋਈ ਸਮਝੌਤਾ ਹੀ ਕਰ ਸਕਦਾ ਸਕਾਟਸ ਨਾਲ, ਹਨਾ। ਐਂਡ in order to become a king of Scots, Scotland ਦਾ ਕਿੰਗ ਬਣਨ ਵਾਸਤੇ he abandoned an important dash। ਉਹਨੇ ਕਿਸੇ ਚੀਜ਼ ਨੂੰ, ਕੋਈ ਇੰਪੋਰਟੈਂਟ ਚੀਜ਼ ਸੀ ਜਿਹਨੂੰ ਅਬੈਂਡਨ ਕਰਤਾ। ਅਬੈਂਡਨ ਕਰਨ ਦਾ ਕੀ ਮਤਲਬ ਹੋ ਗਿਆ, ਛੱਡਤਾ, ਹਨਾ। ਕਿਹੜੀ ਚੀਜ਼ ਸੀਗੀ ਜਿਹੜੀ ਉਹਨੇ ਛੱਡ ਦਿੱਤੀ, that was held by his father, ਜਿਹੜੀ ਉਹਦੇ ਫਾਦਰ ਨੇ ਰੱਖੀ ਸੀਗੀ, and had contributed to his father's death। ਤਾਂ ਉਹਦੇ ਕੋਈ ਫਾਦਰ ਦਾ ਕੋਈ ਥਾਟ ਹੋ ਸਕਦਾ, ਕੋਈ ਜਗ੍ਹਾ ਹੋ ਸਕਦੀ ਆ ਜਿਹੜੀ ਉਹਦੇ ਫਾਦਰ ਨੇ ਰੱਖੀ ਸੀ ਤੇ ਉਹ ਜਗ੍ਹਾ ਜਾਂ ਉਹ ਥਾਟ ਉਹਦੇ ਫਾਦਰ ਦੀ ਡੈਥ ਦਾ ਕਾਰਨ ਬਣਿਆ ਤੇ ਚਾਰਲਸ ਸੈਕਿੰਡ ਨੇ ਉਸ ਚੀਜ਼ ਨੂੰ ਛੱਡਤਾ। ਤਾਂ ਆਪਾਂ ਜਿਹੜੀਆਂ ਹੈਗੀਆਂ ਆਹ ਦੋ ਫਿਲ ਇਨ ਦਾ ਬਲੈਂਕਸ ਫਿਲ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਗਏ ਜੀ ਇਹਦੇ ਨੀਚੇ ਹੋਰ ਕਿਹੜੇ ਟਾਈਪ ਦੇ ਕੁਐਸਚਨਸ ਹੈਗੇ ਆ। ਤਾਂ ਆਪਣੇ ਕੋਲ ਯੈਸ ਨੋ ਨਾਟ ਗਿਵਨ ਵਾਲੇ ਕੁਐਸਚਨਸ ਹੈਗੇ ਆ। ਉਹ ਕਹਿੰਦੇ ਚਾਰਲਸ ਚੂਜ਼ ਪੈਪੀਅਸ। ਚਾਰਲਸ ਨੇ ਆ ਪਰਸਨ ਨੂੰ ਚੂਜ਼ ਕੀਤਾ ਫॉर ਟਾਸਕ ਬਿਕॉज ਹੀ ਕੰਸੀਡਰ ਹਿਮ ਟੂ ਬੀ ਟਰਸਟਵਰਦੀ। ਚਾਰਲਸ ਨੂੰ ਇਸ ਪਰਸਨ ਦੇ ਉੱਤੇ ਭਰੋਸਾ ਸੀਗਾ, ਤਾਂ ਕਰਕੇ ਚਾਰਲਸ ਨੇ ਇਸ ਪਰਸਨ ਨੂੰ ਚੂਜ਼ ਕੀਤਾ, ਠੀਕ ਹੈ ਜੀ, ਮੰਨ ਲੈਂਦੇ ਆ। ਉਸ ਤੋਂ ਅੱਗੇ ਕੀ ਕਹਿੰਦੇ, ਹੁਣ ਆਪਣੇ ਕੋਲੇ 36 to 40 ਹੈਗੇ ਆ। ਰਾਈਟ ਅ ਰਿਵਿਊਅਰਸ ਮੇਨ ਪੁਆਇੰਟ। ਰਿਵਿਊਅਰ ਸਾਨੂੰ ਪਤਾ ਲੱਗ ਗਿਆ, ਉੱਪਰ ਆਪਾਂ ਪੜਿਆ ਹੈਗਾ ਕਿ ਇਹ ਕਿਸੇ ਬੁੱਕ ਦਾ ਰਿਵਿਊ ਲਿਖਿਆ ਆ ਕਿਸੇ ਹੋਰ ਪਰਸਨ ਨੇ। ਤਾਂ ਉਹਨਾਂ ਨੇ ਕੀ ਕਿਹਾ, ਵਟ ਇਜ਼ ਰਿਵਿਊਅਰਸ ਮੇਨ ਪਰਪਸ ਇਨ ਦਾ ਫਸਟ ਪੈਰਾਗ੍ਰਾਫ। ਪਹਿਲੇ ਪੈਰਾਗ੍ਰਾਫ ਦੇ ਵਿੱਚ ਜਿਹੜਾ ਰਿਵਿਊਅਰ ਹੈਗਾ ਉਹ ਕਿਹੜੀ ਚੀਜ਼ ਦੱਸਣਾ ਚਾਹ ਰਿਹਾ, ਕੀ ਪਰਪਸ ਹੈ ਉਹਦਾ ਪਹਿਲਾ ਪੈਰਾਗ੍ਰਾਫ ਲਿਖਣ ਦਾ। ਤਾਂ ਆਪਾਂ ਉਸ ਚੀਜ਼ ਨੂੰ ਡਿਸਕਸ ਕਰਨਾ ਹੈ। ਤਾਂ ਹੁਣ ਆਪਾਂ ਰੀਡ ਕਰਦੇ ਹਾਂ ਆਪਣਾ ਫਸਟ ਪੈਰਾਗ੍ਰਾਫ ਤੇ ਦੇਖਦੇ ਹਾਂ ਕੀ ਚੀਜ਼ਾਂ ਨੇ ਇਹਦੇ ਵਿੱਚ, ਹਨਾ। ਉਹ ਕਹਿੰਦੇ ਚਾਰਲਸ ਸਪੈਂਸਰਸ ਲੇਟੈਸਟ ਬੁੱਕ। ਚਾਰਲਸ ਸਪੈਂਸਰ ਦੀ ਜਿਹੜੀ ਹੈਗੀ ਹੈ ਲੇਟੈਸਟ ਬੁੱਕ ਟੂ ਕੈਚ ਅ ਕਿੰਗ tells us the story of hunt for King Charles II in 6 weeks after his resounding defeat। resounding मतलब राजे बहुत बुरे तरीके नाल ਜਿਹੜੀ ਉਹਦੀ defeat ਹੋਈ ਆ in the battle of Worcester ਦੇ ਵਿੱਚ in September 1651। ਤਾਂ 1651 ਦੇ ਵਿੱਚ ਚਾਰਲਸ ਦਾ ਸੈਕਿੰਡ ਦੀ, ਹੁਣ ਸਾਨੂੰ ਇੰਨਾ ਪਤਾ ਲੱਗ ਗਿਆ, ਇੱਕ ਲੜਾਈ ਹੋਈ ਸੀ। ਇੱਕ ਪਾਸੇ ਚਾਰਲਸ ਸੀ, ਇੱਕ ਪਾਸੇ ਪਾਰਲੀਮੈਂਟੇਰੀਅਨ ਫੋਰਸਿਸ ਸੀਗੀਆਂ। ਪਾਰਲੀਮੈਂਟੇਰੀਅਨ ਫੋਰਸਿਸ ਨੇ ਚਾਰਲਸ ਨੂੰ ਹਰਾਇਆ ਕਦੋਂ, 1651 ਦੇ ਵਿੱਚ। ਤੇ ਉਹ ਲੜਾਈ ਦੇ ਵਿੱਚ ਚਾਰਲਸ ਦੀ ਜਿਹੜੀ ਹਾਰ ਸੀਗੀ ਉਹ ਬੜੀ ਭਿਆਨਕ ਹੋਈ ਸੀ, ਠੀਕ ਆ। ਉਸ ਤੋਂ ਬਾਅਦ ਐਂਡ ਵਟ ਅ ਸਟੋਰੀ ਇਟ ਇਜ਼। ਉਹ ਕਹਿੰਦੇ ਵੀ ਕਿੰਨੀ ਇੰਟਰਸਟਿੰਗ ਸਟੋਰੀ ਆ, ਮਜ਼ੇ ਲੈਣੇ ਆ ਨਾ, ਵਿਚਾਰਾ ਬੰਦਾ ਹਾਰ ਗਿਆ ਆਪਾਂ ਤੇ।
आफ्टर हिज फादर वॉज एग्जीक्यूटेड। हुण देखो फादर दी एग्जीक्यूशन की गल आ गई। आपां पहला सेंटेंस ही ये पढ़िया सी कि चार्ल्स के फादर नूं पार्लीमेंटेरियन फोर्सिस ने की करता, एग्जीक्यूट करता, मारता। Parliamentarians in 1649, the young Charles sacrificed, young Charles ने sacrifice करता, leave करता, one of the very principles of his father has died। आपदे फादर दा कोई प्रिंसीपल जेड़ा चार्ल्स ने आ छड्डता आ, एंड डाइड डिड अ डील। डिड दा मतलब की हो गया, कर ली, अ डील विद स्कॉट्स। आपां नूं पहली फिल इन द ब्लैंक्स उन्होंने यही कहा सी कि चार्ल्स ने स्कॉट्स नाल कोई चीज कीती सी, ते की कीता, कोई समझौता कीता है, ठीक है, ते की छड्डता, सैक्रीफाइस कीता कोई प्रिंसीपल। केड़ा प्रिंसीपल है, देयर बाय एक्सेप्टिंग, आप कोई धर्म का नाम दिता हैगा, यू डोंट नीड टू रीड इट, यू डोंट नीड टू स्पीक इट, एज अ नैशनल रिलीजन इन रिटर्न फॉर बीइंग क्राउन एज अ किंग ऑफ स्कॉट्स। ਤਾਂ ਜਿਹੜਾ ਰੀਜ਼ਨ ਉਹਦੇ ਫਾਦਰ ਦੀ ਡੈਥ ਦਾ ਸੀ ਉਹ ਧਰਮ ਸੀ, ਤੇ ਚਾਰਲਸ ਦਾ ਸੈਕੰਡ ਨੇ ਉਹ ਧਰਮ ਨੂੰ ਛੱਡ ਕੇ ਕੀ ਕੀਤਾ, ਸਕਾਟਸ ਦੇ ਧਰਮ ਨੂੰ ਅਪਣਾ ਲਿਆ ਤਾਂ ਕਿ ਉਹ ਕੀ ਕਰ ਸਕੇ, ਸਕਾਟਲੈਂਡ ਦਾ ਰਾਜਾ ਬਣ ਸਕੇ, ਠੀਕ ਹੈ। ਤੇ ਉਹਦੇ ਵਿੱਚ ਉਹਨੇ ਇੱਕ ਹੋਰ ਗੱਲ ਕੀ ਕਹੀ ਆ, ਉਹਨੇ ਸਕਾਟਸ ਨਾਲ ਕੀ ਕੀਤੀ ਆ, ਡੀਲ ਕੀਤੀ ਆ। ਤਾਂ ਆਪਾਂ ਫਿਲ ਇਨ ਦਾ ਬਲੈਂਕਸ ਕਰਦੇ ਹੈਗੇ ਆ। ਸੋ ਆਪਣੀਆਂ ਫਿਲ ਇਨ ਦਾ ਬਲੈਂਕਸ ਕੀ ਕਹਿ ਰਹੀਆਂ ਨੇ, ਤਾਂ ਆਪਾਂ ਨੂੰ ਪਤਾ ਚਾਰਲਸ ਦਾ ਸੈਕੰਡ ਨੇ ਕੀ ਕੀਤੀ ਹੈਗੀ ਆ, ਡੀਲ ਕੀਤੀ ਆ। ਤਾਂ ਹੁਣ ਤੁਸੀਂ ਦੇਖੋ ਵੀ ਇਹਨਾਂ ਚੋਂ ਡੀਲ ਨਾਲ ਰਿਲੇਟਡ ਵਰਡ ਕਿਹੜਾ ਆ। ਮਿਲਟਰੀ ਇਨੋਵੇਸ਼ਨ, ਇਨੋਵੇਟ ਕਰਨਾ, ਕੋਈ ਨਵੀਂ ਚੀਜ਼ ਨੂੰ ਬਣਾਉਣਾ, ਕਿਸੇ ਨਵੀਂ ਚੀਜ਼ ਨੂੰ ਇਨਵੈਂਟ ਕਰਨਾ। ਇਨੋਵੇਸ਼ਨ ਵਰਡ ਇਨਵੈਂਸ਼ਨ ਤੋਂ ਆਇਆ ਹੈ, ਨਹੀਂ ਹੈਗਾ। ਵਾਈਡ ਸਪਰੈਡ ਕੌਨਸਪੀਰੇਸੀ, ਕੌਨਸਪੀਰੇਸੀ ਦਾ ਮਤਲਬ ਹੁੰਦਾ ਰਾਜੇ ਕੀ ਕਹਿਣੇ ਹੁੰਦੇ ਆ, ਜਿਹੜੀਆਂ ਗਲਤ ਚੀਜ਼ਾਂ ਫੈਲ ਜਾਂਦੀਆਂ ਨੇ, ਕਿਸੇ ਝੂਠ ਫੈਲ ਜਾਂਦਾ ਜਿਹੜਾ ਕਿਸੇ ਬਾਰੇ। वाइड स्प्रेड बहुत ज्यादा फैलना, कॉन्स्पिरेसी। न्यू गवर्नमेंट नहीं जी। पॉलिटिकल डिबेट, चार्ल्स ने स्कॉट्स नाल डिबेट की थी, नहीं की थी। पॉपुलर सॉल्यूशन जी नहीं। लार्ज रिवॉर्ड नहीं। रिलेटिव सेफ्टी नहीं। डिसीजिव विक्टरी नहीं। स्ट्रैटेजिक अलायंस, अलायंस हुंदा राजे किसे नाल गठजोड़ करना, समझौता करना। तो चार्ल्स ने की कीती सी, अलायंस की। डिड अ डील, डील दे लई इत्थे इन्हां ने वर्ड की दिता है, अलायंस। ਤਾਂ ਚਾਰਲਸ ਨੇ ਜਿਹੜਾ ਹੈਗਾ ਕੀ ਕੀਤਾ, ਇੱਕ ਜਿਹੜੀ ਸਕਾਟਲੈਂਡ ਨਾਲ ਡੀਲ ਕੀਤੀ, ਅਲਾਈਅੰਸ ਕੀਤੀ ਵਿਦ ਦ ਸਕਾਟਸ, ਐਂਡ ਇਨ ਆਰਡਰ ਟੂ ਬਿਕਮ ਦ ਕਿੰਗ ਆਫ ਸਕਾਟਸ, ਸਾਨੂੰ ਇੰਨਾ ਪਤਾ ਲੱਗ ਗਿਆ ਉਹ ਸਕਾਟਲੈਂਡ ਦਾ ਰਾਜਾ ਬਣਨਾ ਚਾਹੁੰਦਾ ਸੀ। ਹੀ ਅਬੈਂਡਨਡ, ਉਹਨੇ ਛੱਡਤਾ। ਐਂਡ ਇੰਪੋਰਟੈਂਟ ਡੈਸ਼, ਇੰਪੋਰਟੈਂਟ ਦੇ ਨਾਲ ਉੱਥੇ ਵਰਡ ਕੀ ਸੀਗਾ, ਪ੍ਰਿੰਸੀਪਲ। ਕਿਹੜਾ ਪ੍ਰਿੰਸੀਪਲ, ਰਿਲੀਜਨ ਵਾਲਾ, ਹਨਾ। that was held by his father and had contributed to his father's death। ਹੁਣ ਦੇਖੋ ਤੁਹਾਡੀ ਨੈਕਸਟ ਆਪਸ਼ਨ ਰਿਲੀਜੀਅਸ ਕਨਵਿਕਸ਼ਨ, ਧਾਰਮਿਕ ਭਾਵਨਾ। ਤਾਂ ਹੁਣ ਉਹਦੇ ਫਾਦਰ ਨੇ ਇੱਕ ਧਰਮ ਨੂੰ ਮਤਲਬ ਅਪਣਾਇਆ ਸੀ, ਬਟ ਚਾਰਲਸ ਦਾ ਸੈਕੰਡ ਨੇ ਉਹਨੂੰ ਛੱਡ ਕੇ ਕਿਸੇ ਹੋਰ ਨੂੰ ਅਪਣਾ ਲਿਆ ਤਾਂ ਕਿ ਉਹ ਸਕਾਟਸ ਦਾ ਰਾਜਾ ਬਣ ਸਕੇ। ਤਾਂ ਆਪਣੇ ਕੋਲੇ ਆਪਸ਼ਨ ਕੀ ਆ ਗਈ, ਜੇ ਆਪਸ਼ਨ ਆ ਗਈ। ਉਸ ਤੋਂ ਬਾਅਦ ਅੱਗੇ ਕੀ ਕਹਿ ਰਿਹਾ, the opposing sides then met outside Worcester in 1651। ਪਹਿਲੀ ਲਾਈਨ ਚ ਆਈ ਦੱਸਿਆ ਸੀ ਬੈਟਲ ਆਫ ਵਾਰਚੈਸਟਰ ਕਦੋਂ ਹੋਈ ਹੈ, 1651 ਚ, ਤੇ ਕੌਣ ਹਾਰਿਆ ਸੀ, ਚਾਰਲਸ ਦਾ ਸੈਕੰਡ ਹਾਰਿਆ ਸੀ। the battle led to a dash for the parliamentarians। ਜੇ ਚਾਰਲਸ ਹਾਰਿਆ ਸੀ ਤਾਂ ਫਿਰ ਜਿੱਤਿਆ ਕੌਣ ਸੀਗਾ, ਪਾਰਲੀਮੈਂਟੇਰੀਅਨਸ। ਤਾਂ ਹੁਣ ਦੇਖੋ ਜਿੱਤ ਨਾਲ ਰਿਲੇਟਡ ਦੇਖੋ ਵਰਡ ਹੈਗਾ ਵਿਕਟਰੀ। ਵਿਕਟਰੀ ਕਿਹੜੀ, ਡਿਸੀਸਿਵ। ਉੱਥੇ ਉਹਨਾਂ ਨੇ ਕਿਹਾ ਸੀ ਨਾ ਬੜੇ ਭਿਅੰਕਰ ਤਰੀਕੇ ਨਾਲ ਚਾਰਲਸ ਹਾਰਿਆ, ਤਾਂ ਮਤਲਬ ਕੀ ਹੈਗਾ, ਪਾਰਲੀਮੈਂਟੇਰੀਅਨਸ ਬਹੁਤ ਵਧੀਆ ਤਰੀਕੇ ਨਾਲ ਜਿੱਤੇ। ਤਾਂ ਆਪਣੇ ਕੋਲੇ ਇਹਦੀ ਆਪਸ਼ਨ ਕੀ ਆ ਗਈ, ਐਫ। The battle has led to a decisive victory for parliamentarians and Charles had to flee for his life। ਤੇ ਚਾਰਲਸ ਨੂੰ ਆਪਦੀ ਜਾਨ ਵਾਸਤੇ ਭੱਜਣਾ ਪਿਆ। A dash was offered, ਕੋਈ ਚੀਜ਼ ਆਫਰ ਕੀਤੀ ਗਈ ਸੀ। ਹੁਣ ਮੈਂ ਦੇਖਣਾ ਆ ਕਿਹੜੀ ਚੀਜ਼ ਆਫਰ ਕੀਤੀ, ਕਾਹਦੇ ਵਾਸਤੇ, ਫॉर ਚਾਰਲਸ ਕੈਪਚਰ, ਚਾਰਲਸ ਨੂੰ ਫੜਨ ਵਾਸਤੇ ਕੋਈ ਚੀਜ਼ ਆਫਰ ਕੀਤੀ ਗਈ ਸੀ। ਹੁਣ ਆਪਾਂ ਪੈਰਾਗ੍ਰਾਫ 'ਚ ਵਾਪਸ ਚੱਲਦੇ ਹਾਂ। ਤਾਂ ਅੱਗੇ ਕੀ ਕਹਿੰਦੇ ਹੈਗੇ ਆ, ਉਹ ਕਹਿੰਦੇ ਹਿਸ ਅਰਾਈਵਲ ਇਨ ਐਡਿਨਬਰਗ ਪ੍ਰੋਮਪਟਡ ਦਾ ਇੰਗਲਿਸ਼ ਪਾਰਲੀਮੈਂਟ ਆਰਮੀ ਟੂ ਇਨਵੇਡ ਸਕਾਟਲੈਂਡ। ਤਾਂ ਜਦੋਂ ਚਾਰਲਸ ਜਿਹੜਾ ਹੈਗਾ ਕਿੱਥੇ ਚੱਲ ਗਿਆ, ਐਡਿਨਬਰਗ 'ਚ ਚੱਲ ਗਿਆ, ਉੱਥੇ ਕੀ ਹੋਇਆ, ਪਾਰਲੀਮੈਂਟ ਦੀਆਂ ਫੋਰਸਿਸ ਨੇ ਉਹਨੂੰ ਇਨਵੇਡ ਕਰਤਾ, ਮਤਲਬ ਉੱਥੇ ਹਮਲਾ ਕਰਤਾ। in pre-extensive strike, this was followed by,
स्कॉटिश इन्वेजन ऑफ इंग्लैंड, सानू पता है स्कॉटलैंड ते इंग्लैंड नाल नाल है, तो पहला की कीता ਜਿਹੜੀਆਂ ਹੈਗੀਆਂ ਆਪਾਂ ਪਾਰਲੀਮੈਂਟੇਰੀਅਨ ਫੋਰਸਿਸ ਨੇ ਸਕਾਟਲੈਂਡ ਤੇ ਹਮਲਾ ਕੀਤਾ। ਹੁਣ ਕੀ ਕੀਤਾ ਸਕਾਟਲੈਂਡ ਵਾਲਿਆਂ ਨੇ ਕਿੱਥੇ ਹਮਲਾ ਕਰਤਾ ਇੰਗਲੈਂਡ ਤੇ। two sides finally faced one another in Worcester, western England। ਆ ਪਹਿਲੀ ਲਾਈਨ ਫੇਰ ਰਿਪੀਟ ਕਰ ਰਹੇ ਆ। after being comprehensively defeated, comprehensively बुरे तरीके नाल भयंकर तरीके नाल हारन तो बाद, after being comprehensively defeated on the meadows outside the city by parliamentarian army, the 21-year-old king, 21 ਸਾਲਾਂ ਦਾ ਸੀ ਰਾਜਾ ਜਦੋਂ ਹਾਰਿਆ, found himself in the subject of a national manhunt, मतलब सारा देश ही ਉਹਨੂੰ ਮਾਰਨ ਤੇ ਲੱਗਾ ਸੀ, ਭਾਲਣ ਤੇ ਲੱਗਾ ਸੀ। ਕਿਉਂ? with a huge sum offered for his capture, ਜਿਹੜਾ ਬੰਦਾ ਫੜੂਗਾ ਰਿਵਾਰਡ ਦਿੱਤਾ ਜਾਊਗਾ ਉਹਨੂੰ ਕੈਪਚਰ ਕਰਨ ਤੇ ਬੜਾ ਵੱਡਾ ਪੈਸੇ ਮਿਲਣਗੇ, मतलब बड़े ज्यादा पैसे मिलणगे। तो आही चीज हैगी आ, a dash was offered, ਕਿਹੜੀ ਚੀਜ਼ ਆਫਰ ਕੀਤੀ ਗਈ ਸੀ? ਇੱਕ ਰਿਵਾਰਡ ਆਫਰ ਕੀਤਾ ਗਿਆ ਸੀ, ਸਮ ਆਫਰ ਕੀਤਾ ਗਿਆ ਸੀ। ਤਾਂ ਤੁਸੀਂ ਆਪਸ਼ਨ ਕੀ ਲਾਤੀ? B was offered for Charles capture, but after 6 weeks spent in the hiding, 6 ਹਫ਼ਤੇ ਉਹ ਹਾਈਡਿੰਗ ਚ ਰਿਹਾ, ਮਤਲਬ ਉਹ ਲੁਕਦਾ ਛਿਪਦਾ ਰਿਹਾ। he eventually managed to reach the dash continent, reach the dash of continental Europe, continental Europe ਦੀ ਕਿਸੇ ਚੀਜ਼ ਚ ਪਹੁੰਚ ਗਿਆ 6 ਹਫ਼ਤੇ ਭਟਕਣ ਤੋਂ ਬਾਅਦ। ਕੌਣ? ਚਾਰਲਸ ਦਾ ਸੈਕਿੰਡ। ਤਾਂ ਆਪਾਂ ਅੱਗੇ ਦੇਖਦੇ ਹਾਂ ਕੀ ਕਹਿੰਦੇ। ਥਰੂ ਅ ਸੀਰੀਜ਼ ਆਫ, ਇੱਥੋਂ ਤੱਕ ਹੋ ਗਿਆ, ਉਹਦੇ ਸਮ ਆਫਰ ਕੀਤਾ ਗਿਆ ਸੀ ਉਹਦੇ ਸਿਰ ਤੇ, ਅੱਗੇ ਪਹੁੰਚੇ ਥਰੂ ਅ ਸੀਰੀਜ਼ ਆਫ ਹਾਰਟ ਪਾਉਂਡਿੰਗ। ਹਾਰਟ ਪਾਉਂਡਿੰਗ ਹੁੰਦੀ ਆ ਜਦੋਂ ਤੁਹਾਡੀ ਧੜਕਣ ਵੱਜ ਜੇ, ਹਨਾ। ਪਾਉਂਡਿੰਗ ਕਲੋਜ਼ escapes, ਤਾਂ ਉਹ ਮਤਲਬ ਇੰਨਾ ਕਲੋਜ਼ਲੀ escape ਹੋ ਕੇ ਜਾਂਦਾ ਹੁੰਦਾ ਸੀ ਕਿਸੇ ਜਗ੍ਹਾ ਤੋਂ। ਉਹ ਕਹਿੰਦੇ ਟੂ ਅਵੇਡ ਦਾ ਪਾਰਲੀਮੈਂਟੇਰੀਅਨਸ ਬਿਫੋਰ ਸੀਕਿੰਗ ਅ ਰਿਫਿਊਜ ਇਨ ਫਰਾਂਸ। ਤਾਂ ਉਹਨੇ ਹੁਣ ਯੂਰਪ ਦੇ ਵਿੱਚ ਜਾਣੀ ਕਿ ਫਰਾਂਸ ਦੇ ਵਿੱਚ ਜਾ ਕੇ ਉਹਨੇ ਕੀ ਲੈ ਲਈ? ਰਿਫਿਊਜ ਲੈ ਲਈ। ਰਿਫਿਊਜ ਆਪਾਂ ਦੇਖਦੇ ਹੈਗੇ ਬਹੁਤ ਸਾਰੇ ਲੋਕ UK ਜਾ ਕੇ ਜਾਂ US ਜਾ ਕੇ ਰਿਫਿਊਜੀ ਕੇਸ ਪਾ ਦਿੰਦੇ ਆ, ਕਾਹਦੇ ਵਾਸਤੇ? ਉਹਦੇ ਚਲੋ PR ਲੈਣ ਵਾਸਤੇ ਪਾਉਂਦੇ ਆ, ਬਟ ਸ਼ੋਅ ਕੀ ਕਰਦੇ ਹੈਗੇ ਆ ਕਿ ਸਾਨੂੰ ਸਾਡੀ ਕੰਟਰੀ 'ਚ ਖਤਰਾ ਆ, ਹਨਾ, ਰਿਫਿਊਜ ਲੈ ਲੈਂਦੇ ਆ। ਫॉर द नेक्स्ट 9 ईयर द ਪੈਨੀਲੈਸ ਮਤਲਬ ਜਿਹਦੇ ਕੋਲ ਪੈਸੇ ਨਹੀਂ ਹੈਗੇ ਸੀ, ਐਂਡ ਡਿਫੀਟਡ ਚਾਰਲਸ, ਤੇ ਹਾਰਿਆ ਹੋਇਆ ਚਾਰਲਸ wandered around Europe with only a small group of loyal supporters। ਤਾਂ ਉਸ ਤੋਂ ਬਾਅਦ ਆਉਣ ਵਾਲੇ ਕਿੰਨੇ ਸਾਲ? 9 ਸਾਲ ਇਹ ਜਿਹੜਾ ਆਪਾਂ ਕਹਿ ਸਕਦੇ ਹਾਂ ਬਿਨਾਂ ਪੈਸਿਆਂ ਵਾਲਾ ਰਾਜਾ ਆਪਦੇ ਜਿਹੜੇ ਲੋਇਲ ਸਪੋਰਟਰ ਸੀ ਉਹਨਾਂ ਨਾਲ ਘੁੰਮਦਾ ਰਿਹਾ। ਕਿੱਥੇ ਘੁੰਮਦਾ ਰਿਹਾ? ਯੂਰਪ 'ਚ ਘੁੰਮਦਾ ਰਿਹਾ, ਠੀਕ ਹੈ, ਮਤਲਬ ਫਰਾਂਸ 'ਚ ਘੁੰਮਦਾ ਰਿਹਾ। ਤਾਂ ਹੁਣ ਦੇਖੋ ਇਹਦੀ ਆਨਸਰ ਦੇਖੋ ਕੀ ਕਹਿੰਦੇ ਆ। ਉਹ ਕਹਿੰਦੇ ਬਟ ਆਫਟਰ 6 weeks spent in the hiding he eventually managed to reach the dash of continental Europe। ਹੁਣ ਦੇਖੋ ਮਿਲਟਰੀ ਇਨੋਵੇਸ਼ਨ ਆ ਸਕਦਾ? ਨਹੀਂ ਆ ਸਕਦਾ ਜੀ। ਕਨਸਪੀਰੇਸੀ ਆ ਸਕਦਾ? ਨਹੀਂ ਆ ਸਕਦਾ ਜੀ। ਨਿਊ ਗਵਰਨਮੈਂਟ ਦੀ ਤਾਂ ਗੱਲ ਹੀ ਨਹੀਂ ਕੀਤੀ। ਪੋਲੀਟੀਕਲ ਡਿਬੇਟ ਹੋਈ ਨਹੀਂ। ਪੋਪੂਲਰ ਸੋਲੂਸ਼ਨ ਕੀਤਾ ਹੀ ਨਹੀਂ। ਲਾਰਜ ਰਿਵਾਰਡ ਡਨ ਹੋ ਗਿਆ। ਰਿਲੇਟਿਵ ਸੇਫਟੀ ਕੀ ਹੋ ਗਿਆ? ਕਿਸੇ ਜਗ੍ਹਾ ਤੇ ਸੇਫ ਜਾਣਾ, ਤਾਂ ਉਹ ਕਿੱਥੇ ਪਹੁੰਚ ਗਿਆ? ਸੇਫਟੀ 'ਚ ਪਹੁੰਚ ਗਿਆ। ਕਿੱਥੋਂ ਦੀ ਸੇਫਟੀ 'ਚ ਪਹੁੰਚ ਗਿਆ? ਯੂਰਪ ਦੀ ਸੇਫਟੀ 'ਚ ਪਹੁੰਚ ਗਿਆ। ਤਾਂ ਆਪਣੀਆਂ ਫਿਲ ਇਨ ਦਾ ਬਲੈਂਕਸ ਡਨ ਹੋ ਗਿਆ। ਹੁਣ ਆ ਜਾਓ ਆਪਣਾ ਉਹ ਕੁਐਸਚਨ ਜਿਹੜਾ ਆਪਾਂ ਕਿਹਾ ਸੀ ਆਹ ਵਾਲਾ, ਹਨਾ, ਵਟ ਇਜ਼ ਦਾ ਕਰੈਕਟ ਲੈਟਰ। ਤਾਂ ਉਹ ਕਹਿੰਦੇ ਰਿਵਿਊਅਰ ਦਾ ਮੇਨ ਪਰਪਸ ਕੀ ਹੈ ਪਹਿਲੇ ਪੈਰੇ ਨੂੰ ਲਿਖਣ ਦਾ। ਹੁਣ ਪਹਿਲੇ ਪੈਰੇ ਨੂੰ ਲਿਖਣ ਦੇ ਵਿੱਚ ਆਪਾਂ ਪਹਿਲਾ ਪੈਰਾ ਦੁਬਾਰਾ ਰਿਵਿਊ ਕਰਦੇ ਹਾਂ। ਪਹਿਲੇ ਪੈਰੇ 'ਚ ਕੀ ਗੱਲ ਕੀਤੀ? ਪਹਿਲੇ ਪੈਰੇ 'ਚ ਉਹਨਾਂ ਨੇ ਕਿਹਾ ਵੀ ਇੱਕ ਰਾਜਾ ਸੀ ਜਿਹੜਾ ਕਿ ਹਾਰ ਗਿਆ ਤੇ ਜਿਹਨੂੰ ਕਿ ਕੈਪੀਟਲ ਪਨਿਸ਼ਮੈਂਟ ਦੇਤੀ ਪਾਰਲੀਮੈਂਟੇਰੀਅਨਸ ਨੇ। ਉਸ ਤੋਂ ਬਾਅਦ ਉਹਦਾ ਬੇਟਾ ਸੀ ਚਾਰਲਸ ਦਾ ਸੈਕਿੰਡ, ਉਹਨੇ ਜਿਹੜਾ ਹੈਗਾ ਸਕਾਟਿਸ਼ ਧਰਮ ਅਪਣਾ ਲਿਆ ਤਾਂ ਕਿ ਉਹ ਸਕਾਟਲੈਂਡ ਦਾ ਰਾਜਾ ਬਣ ਸਕੇ। ਪਰ ਫਿਰ ਪਾਰਲੀਮੈਂਟੇਰੀਅਨ ਫੋਰਸਿਸ ਨੇ ਸਕਾਟਲੈਂਡ ਤੇ ਵੀ ਹਮਲਾ ਕਰਤਾ, ਜਿਹਦੇ ਚੱਕਰ 'ਚ ਉਹਨੂੰ ਵਾਪਸ ਇੰਗਲੈਂਡ ਤੇ ਹਮਲਾ ਕਰਨਾ ਪਿਆ ਤੇ ਉਹ ਇਸ ਬੈਟਲ 'ਚ ਬੁਰੇ ਤਰੀਕੇ ਹਾਰ ਗਿਆ। ਜਦੋਂ ਉਹ ਹਾਰ ਗਿਆ ਉਹਨੇ 6 ਹਫ਼ਤੇ ਭੱਜਦੇ ਭਜਾਉਂਦੇ ਗੁਜ਼ਾਰੇ ਤੇ ਉਸ ਤੋਂ ਬਾਅਦ ਉਹ ਕਿੱਥੇ ਪਹੁੰਚ ਗਿਆ? ਫਰਾਂਸ ਪਹੁੰਚ ਗਿਆ, ਜਿੱਥੇ ਉਹਨੇ ਅਗਲੀ ਜ਼ਿੰਦਗੀ ਦੇ 9 ਸਾਲ ਬਿਤਾਏ। ਆਹ ਸਾਰੀਆਂ ਗੱਲਾਂ ਕੀਤੀਆਂ, ਹਨਾ, ਪੈਰੇ 'ਚ। ਹੁਣ ਆਪਾਂ D ਆਪਸ਼ਨ ਤੋਂ ਥੱਲਿਓਂ ਚੱਲਦੇ ਆ। ਉਹ ਕਹਿੰਦੇ ਕੰਪੇਅਰ ਚਾਰਲਸ ਸੈਕਿੰਡਸ ਦ ਬਿਲੀਫ ਵਿਦ ਦੋਜ਼ ਆਫ ਹਿਸ ਫਾਦਰ। ਉਹ ਕਹਿੰਦੇ ਚਾਰਲਸ ਸੈਕਿੰਡ ਦੇ ਬਿਲੀਫ ਨੂੰ ਕੰਪੇਅਰ ਕੀਤਾ ਗਿਆ। ਨਹੀਂ, ਇੱਕੋ ਜਗ੍ਹਾ ਕਿਹਾ, ਸਿੰਪਲ ਗੱਲ ਕੀਤੀ ਹੈ, ਕੰਪੈਰੀਜ਼ਨ ਵੀ ਨਹੀਂ ਕੀਤਾ। ਉਹਨਾਂ ਨੇ ਕੀ ਕਿਹਾ ਕਿ ਜਿਹੜਾ ਉਹਦੇ ਫਾਦਰ ਦਾ ਧਰਮ ਸੀ ਉਹਨੇ ਛੱਡਤਾ, ਠੀਕ ਆ।
ਤਾਂ ਮਤਲਬ ਆਪਣੇ ਕੋਲ ਆਪਸ਼ਨ ਗਲਤ ਹੋਗੀ। To provide a detail of parliamentarians political view, parliamentarian ਦੇ political view ਬਾਰੇ ਕੋਈ ਗੱਲ ਕੀਤੀ ਹੈ? ਨਹੀਂ ਗੱਲ ਕੀਤੀ ਜੀ, ਆਪਸ਼ਨ ਰੋਂਗ ਹੋਗੀ। ਹਮੇਸ਼ਾ ਜਦੋਂ MCQs ਡਿਸਕਸ਼ਨ ਕਰਨੀ ਹੁੰਦੀ ਹੈ ਕੋਸ਼ਿਸ਼ ਕਰਿਆ ਕਰੋ ਕਿ ਐਲੀਮੀਨੇਸ਼ਨ ਮੈਥਡ ਲੱਗ ਜਾਏ। ਹੁਣ ਮੰਨ ਲਓ ਕਿ ਮੈਂ ਚਾਰਾਂ ਚੋਂ ਤੁੱਕਾ ਲਾਉਣਾ ਸੀ है ना, 1/4 मतलब 25% ਪ੍ਰੋਬੇਬਿਲਿਟੀ ਆ। ਹੁਣ ਮੈਂ ਦੋ ਆਲਰੇਡੀ ਗਲਤ ਕਰ ਲਏ, ਜੇ ਇਹਨਾਂ ਦੋਨਾਂ ਚ ਮੈਂ ਤੁੱਕਾ ਲਾਉਂਗੀ ਤਾਂ ਮੇਰੇ ਕੋਲ 50% ਸੰਭਾਵਨਾ ਆ ਮੇਰਾ ਆਨਸਰ ਸਹੀ ਹੋਣ ਦੀ। ਠੀਕ ਹੈ, ਸੋ ਐਲੀਮੀਨੇਸ਼ਨ ਮੈਥਡ ਯੂਜ਼ ਕਰੋ, ਜਿੰਨੀਆਂ ਗਲਤ ਆਪਸ਼ਨਸ ਨੇ ਉਹਨਾਂ ਨੂੰ ਕੱਟ ਦਿਓ ਜੇ ਤੁਸੀਂ ਤੁੱਕਾ ਲਾਉਣਾ ਤਾਂ ਵੀ। ਠੀਕ ਹੈ, ਹੁਣ ਆਪਣੇ ਕੋਲੇ ਦੇਖੋ ਪਹਿਲੀ ਆਪਸ਼ਨ ਕੀ ਆਈ, ਟੂ ਡਿਸਕ੍ਰਾਈਬ ਵਟ ਹੈਪਨਡ ਡਿਊਰਿੰਗ ਦ ਬੈਟਲ ਆਫ ਵਾਚੈਸਟਰ। ਹੁਣ ਦੇਖੋ ਬੈਟਲ ਦੀ ਸਿਰਫ ਉਹਨਾਂ ਨੇ ਇੰਨੀ ਗੱਲ ਦੱਸੀ ਹੈ ਕਿ ਚਾਰਲਸ ਦਾ ਸੈਕਿੰਡ ਉਹ ਬੈਟਲ ਚ ਹਾਰ ਗਿਆ, ਉਹ ਵੀ ਬੁਰੇ ਤਰੀਕੇ। बैटल किवें लड़ी गई, कित्थे लड़ी गई, की होया बैटल के दौरान, ओदी डिटेल आपां नूं नहीं दित्ती गई। तो आ डिस्क्राइब शब्द जिहड़ा हैगा इहदी वजह करके इहदा आंसर गलत आ गया अपने कोले। अगला देखो, टू गिव एन अकाउंट ऑफ सर्कमस्टांसिस। सर्कमस्टांसिस की हो गया? हालात, है ना, हालात दसे गए कादे लीडिंग टू चार्ल्स द सेकंड्स एस्केप। की हालातां दे विच किहड़े हालात सी जदों उहनूं भज्जना पिया? तो ऑब्वियसली सारे हालात ही तो दसे उन्होंने कि पहला फादर की डैथ हुई जी, फिर उन्हें लड़ाई लड़ी जी, फिर वो हार गया जी, फिर वो भज गया जी, तक की दसे है सर्कमस्टांसिस। नैक्सट क्वेश्चन पढ़ते हैं जी, वाई डज द रिव्यूअर इंक्लूड एग्जाम्पल्स ऑफ फ्यूजिटिव्स बिहेवियर इन द थर्ड पैराग्राफ। तो थर्ड पैराग्राफ आ गया, मतलब सैकेंड पैराग्राफ हले आप पढ़ना है, मतलब आपको सैकेंड पैराग्राफ च कादे आंसर मिलणगे? ट्रू फॉल्स दे। क्यों? क्योंकि फिल इन द ब्लैंक्स आप डन करते हैं। चलो जी चलते हैं आप सैकेंड पैराग्राफ, पहला ट्रू फॉल्स देखते हैं की कहते हैं। सो अपने ट्रू फॉल्स है आ वाले तीन, सॉरी यस नो है आ वाले तीन। वो कहते चार्ल्स पर्सन, नहीं नहीं एक पिछे भी सीगा ना, तो पहला अपने कोले हैगा चार्ल्स चोज Papias to for the task because he considered him trustworthy। तो किसी बंदे का नाम आऊगा तो उस बंदे नूं चार्ल्स ट्रस्टवर्दी मानता सी, तां करके उहनूं टास्क दिता। काहदा टास्क दिता जी चार्ल्स ने? बुक लिखण दा। देखने हैं किद्दां। आ देखो आपां सैकेंड पैराग्राफ पढ़ते हैं। So years later after his restoration as a king ਦੀ जगह लैन तो बाद द 50-year-old चार्ल्स, हुण देखो 21 साल की उम्र च भज्जिया सी, 50 साल दी हुण गल्लां हो रहीआं, रिक्वेस्टेड अ मीटिंग विद अ राइटर एंड डायरिस्ट समूएल पैपियस। तो उहने जिहड़ा हैगा जदों 50 सालां दा हो गया, वो कहता भी मैं एक राइटर नूं मिलना है। क्यों मिलना है? हिज इंटेंशन, ओहदी जिहड़ी हैगी आपां कह सकदे इंटेंशन, ओहदा उदों मानसिक स्थिति की चाह रही सी when asking Papias to commit his story to paper was to ensure, एक गल पक्का करना, that his most extraordinary episodes, ਉਹਦੀ ਜ਼ਿੰਦਗੀ ਦੇ ਜਿਹੜੇ best episodes ਹੈਗੇ ਆ, was never forgotten। ਤਾਂ ਮਤਲਬ ਉਹਦਾ ਮਕਸਦ ਕੀ ਸੀ ਉਸ ਬੰਦੇ ਨੂੰ ਸੱਦਣ ਦਾ? ਉਹਦਾ ਮਕਸਦ ਇਹ ਸੀ ਵੀ ਇਹ ਰਾਈਟਰ ਚੰਗਾ ਆ, ਵਧੀਆ ਐਕਸਪਲੇਨ ਕਰੂਗਾ, ਤੇ ਉਹ ਮੂਮੈਂਟ ਜਿਹੜੇ ਮੇਰੀ ਜ਼ਿੰਦਗੀ ਦੇ ਸਭ ਤੋਂ ਇੰਪੋਰਟੈਂਟ ਮੂਮੈਂਟ ਹੈ उन्होंने लोग भुलणगे नहीं अगर इन्हें लिखते तो। ठीक है, तो आओ द मोटिव सीगा, ओवर 3 hour sittings the king related to him in a great detail। किंग ने उन्होंने बहुत ज्यादा डिटेल्ड जानकारी दी his personal recollections। रिकलैक्शन की हो गया? यादां आउणियां, है ना, उन्हां बारे सोचना। ओहदियां की दित्तियां? उन्हें बहुत डूंघी जानकारी दी 3 घंटियां दी सिटिंग्स दे विच। Of 6 weeks he has spent as an fugitive। fugitive की हुंदा जी? भगौड़ा। तो उन्होंने बंदे नूं, उस राइटर नूं बड़ी ज़्यादा डिटेल दे विच दस्सिया कि की होया उन्हां 6 हफ्तियां दे दौरान जदों राजा की सीगा? भगौड़ा सीगा। ठीक है जी, हुण आपां देखदे हां अपने ट्रू फॉल्स की कहंदे आ। चार्ल्स chose Papias for the task because he considered him trustworthy। हुण देखो ਉਹਨੇ ਸਿਰਫ ਇੰਨਾ ਕਿਹਾ ਸੀ ਵੀ ਬੰਦਾ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਦੂਗਾ, ਲੋਕ ਭੁੱਲਣਗੇ ਨਹੀਂ। ਉਹਦੇ ਤੇ ਟਰਸਟ ਸੀਗਾ ਨਹੀਂ ਸੀਗਾ, ਕਿੰਨਾ ਸੀਗਾ, ਥੋੜਾ ਸੀ, ਜ਼ਿਆਦਾ ਸੀ, ਕੁਝ ਨਹੀਂ ਦੱਸਿਆ। ਤਾਂ ਆਪਣੇ ਕੋਲ ਆਨਸਰ ਕੀ ਆ ਗਿਆ ਜੀ ਇਹਦਾ? ਨॉट गिवन। ਠੀਕ ਹੈ, ਅੱਗੇ ਚੱਲਦੇ ਹਾਂ। ਉਹ ਕੀ ਕਹਿੰਦੇ? ਚਾਰਲਸ ਪਰਸਨਲ ਰੀਕਲੈਕਸ਼ਨ ਆਫ ਦਾ ਐਸਕੇਪ ਲੈਕਡ ਸਫੀਸ਼ੀਐਂਟ ਡਿਟੇਲ। ਨਹੀਂ ਜੀ, ਕੀ ਕਿਹਾ ਸੀ ਵੀ ਉਹਨੇ ਸਾਰੀਆਂ ਗੱਲਾਂ ਬੜੀ ਗ੍ਰੇਟ ਡਿਟੇਲ ਚ ਦੱਸੀਆਂ ਪੈਪੀਅਸ ਨੂੰ। ਤਾਂ ਇੱਥੇ ਇਹਨਾਂ ਨੇ ਕੀ ਕਿਹਾ ਆ
कि ਉਹਦੇ ਵਿੱਚ lack of detail ਸੀ ਤਾਂ ਆਪਣਾ ਆਨਸਰ ਕੀ ਆ ਗਿਆ no है ना yes no ਦੇ ਆਨਸਰ ਕਰ ਰਹੇ ਆ ਤਾਂ ਆਪਣਾ ਆਨਸਰ ਕੀ ਆ ਗਿਆ no ਕਿ ਡਿਟੇਲ ਉਹਨੇ ਬਹੁਤ ਜ਼ਿਆਦਾ ਦਿੱਤੀ ਸੀ ਅਗਲਾ ਪੜ੍ਹਦੇ ਆ Charles indicated to Papias that he had planned his escape before the battle ਤਾਂ ਉਹਨੇ ਦੱਸਿਆ ਪੈਪੀਅਸ ਨੂੰ ਕਿ ਜਦੋਂ ਬੈਟਲ ਹੋਣੀ ਸੀ ਕਿਹੜੀ ਵਾਰਚੈਸਟਰ ਦੀ ਇਹ ਲੜਾਈ ਤੋਂ ਪਹਿਲਾਂ ਹੀ ਮੈਂ ਆਪਦਾ ਭੱਜਣ ਦਾ ਪਲਾਨ ਬਣਾ ਲਿਆ ਸੀ ਵੀ ਆਪਾਂ ਭੱਜ ਜਾਣਾ ਜੀ ਹੁਣ ਦੇਖਦੇ ਆ ਕੀ ਇਹ ਗੱਲ ਹੋਈ ਸੀ ਤੇ ਉਸ ਤੋਂ ਬਾਅਦ ਇਹ ਚੀਜ਼ਾਂ ਥਰਡ ਪੈਰਾਗ੍ਰਾਫ 'ਚ ਹੈਗੀਆਂ ਤਾਂ ਆਪਣਾ ਸੈਕੰਡ ਪੈਰਾਗ੍ਰਾਫ ਡਨ ਹੋ ਗਿਆ ਨਹੀਂ ਰਹਿੰਦਾ ਹੈਗਾ As the king and secretary settled down, a scene that surely a gift of the future for the future scriptwriter, Charles commenced his story. Charles ने ਜਿਹੜੀ start ਕੀਤੀ ਆਪਦੀ story after the battle was so absolutely lost. ਉਹ ਕਹਿੰਦਾ ਜਦੋਂ ਮੈਂ ਬਹੁਤ ਬੁਰੇ ਤਰੀਕੇ ਨਾਲ ਜਿਹੜਾ ਹੈਗਾ ਯੁੱਧ ਨੂੰ ਹਾਰ ਗਿਆ as to be beyond the hope of recovery. ਬਿਯੋਂਡ ਦਾ ਹੋਪ ਆਫ ਰਿਕਵਰੀ ਮਤਲਬ ਇੰਨੇ ਬੁਰੇ ਤਰੀਕੇ ਨਾਲ ਹਾਰਿਆ ਵੀ ਮੈਨੂੰ ਪਤਾ ਸੀ ਵੀ ਹੁਣ ਮੇਰਾ ਕੋਈ ਹੱਲ ਨਹੀਂ ਹੈਗਾ ਇੱਥੇ ਆਈ ਬਿਗਿਨ ਟੂ ਥਿੰਕ ਮੈਂ ਸੋਚਣਾ ਸ਼ੁਰੂ ਕੀਤਾ ਆਫ ਦਾ ਬੈਸਟ ਵੇ ਆਫ ਸੇਵਿੰਗ ਮਾਈਸੈਲਫ ਕਿਉਂਕਿ ਜੇ ਹੁਣ ਰਾਜਾ ਹਾਰ ਗਿਆ ਤਾਂ ਸਾਨੂੰ ਪਤਾ ਜਦੋਂ ਯੁੱਧਾਂ 'ਚ ਰਾਜੇ ਹਾਰ ਜਾਂਦੇ ਸੀ ਤਾਂ ਉਹਨਾਂ ਨਾਲ ਕੀ ਹੁੰਦਾ ਸੀ ਹਨਾ ਉਹਨਾਂ ਦਾ ਕੰਮ ਨਿਬੇੜ ਦਿੱਤਾ ਜਾਂਦਾ ਸੀ ਹੁਣ ਉਹ ਆਪਣੇ ਆਪ ਨੂੰ ਸੇਵ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਉਹਦੇ ਵਾਸਤੇ ਉਹ ਕੀ ਕਰ ਰਿਹਾ ਭੱਜਣ ਦਾ ਪਲਾਨ ਬਣਾ ਰਿਹਾ ਪਲਾਨ ਕਦੋਂ ਬਣਾ ਰਿਹਾ ਆ after the battle ਜੰਗ ਤੋਂ ਬਾਅਦ was so absolutely lost ਜਦੋਂ ਉਹ ਬੁਰੇ ਤਰੀਕੇ ਨਾਲ ਜੰਗ ਤੋਂ ਹਾਰ ਗਿਆ ਉਸ ਤੋਂ ਬਾਅਦ ਉਹ ਕੀ ਕਰ ਰਿਹਾ ਆਪਦੇ ਭੱਜਣ ਦਾ ਪਲਾਨ ਬਣਾ ਰਿਹਾ ਜਦ ਕਿ ਆਪਣੇ ਕੋਲੇ ਯੈਸ ਨੋ ਦੇ ਵਿੱਚ ਦੇਖੋ ਉਹਨਾਂ ਨੇ ਕੀ ਕਿਹਾ ਸੀਗਾ ਕਿ ਰਾਜੇ ਨੇ ਜਿਹੜਾ ਪਲਾਨ ਪਹਿਲਾਂ ਹੀ ਬਣਾ ਲਿਆ ਸੀ ਹਨਾ Charles indicated that he had planned his escape before the battle ਨਹੀਂ ਜੀ ਤਾਂ ਆਪਣੇ ਕੋਲ ਆਨਸਰ ਕੀ ਆ ਗਿਆ no ਬਿਫੋਰ ਚ ਨਹੀਂ ਬਣਾਇਆ ਸੀ ਆਫਟਰ ਬਣਾਇਆ ਸੀ ਜਦੋਂ ਹਾਰ ਚੁੱਕਿਆ ਸੀ ਉਸ ਤੋਂ ਬਾਅਦ the inclusion of Charles account is a positive aspect of the book ਉਹ ਕਹਿੰਦੇ ਵੀ ਜਿਹੜਾ ਚਾਰਲਸ ਦਾ ਅਕਾਊਂਟ ਲਿਖਿਆ ਗਿਆ ਹੈ ਚਾਰਲਸ ਦੇ ਅਕਾਊਂਟ ਲਿਖਣ ਦਾ ਇੱਥੇ ਕੀ ਮਤਲਬ ਹੈ ਰਾਜੇ ਕਿ ਜਿਹੜਾ ਚਾਰਲਸ ਦਾ ਪੁਆਇੰਟ ਆਫ ਵਿਊ ਦਿੱਤਾ ਗਿਆ ਉਹਨੂੰ ਇਨਕਲੂਡ ਕੀਤਾ ਗਿਆ ਇਨਕਲੂਸ਼ਨ ਆਫ ਚਾਰਲਸ ਅਕਾਊਂਟ ਇਹਦਾ ਇੱਥੇ ਕੀ ਮਤਲਬ ਹੈਗਾ ਚਾਰਲਸ ਪਰਸਪੈਕਟਿਵ is a positive aspect of the book ਹੁਣ ਦੇਖੋ ਇਹਦਾ ਕੀ ਮਤਲਬ ਹੈਗਾ ਆਪਾਂ ਨੂੰ ਸਾਨੂੰ ਪਤਾ ਕਿ ਅਸੀਂ ਕਿਸੇ ਦਾ ਰਿਵਿਊ ਪੜ੍ਹ ਰਹੇ ਹਾਂ ਤਾਂ ਉਹ ਰਿਵਿਊ ਦੇ ਵਿੱਚ ਉਸ ਬੰਦੇ ਨੂੰ ਕੀ ਲੱਗਦਾ ਕਿ ਚਾਰਲਸ ਦਾ ਪਰਸਪੈਕਟਿਵ ਐਡ ਕਰਨਾ ਉਸ ਬੁੱਕ ਦੇ ਵਿੱਚ ਚੰਗੀ ਚੀਜ਼ ਸੀ ਜਾਂ ਮਾੜੀ ਚੀਜ਼ ਸੀ ਇਹਦੇ ਬਾਰੇ ਉਹਨੇ ਕਿਹਾ ਆ ਉਹ ਕਹਿੰਦੇ ਕਿ ਇਹਨੂੰ ਜਿਹੜਾ ਇਨਕਲੂਸ਼ਨ ਹੈਗਾ ਜਿਹੜਾ ਇਨਕਲੂਡ ਕਰਨਾ ਹੈਗਾ ਚਾਰਲਸ ਦੇ ਪਰਸਪੈਕਟਿਵ ਨੂੰ ਕਾਹਦੇ ਵਿੱਚ ਬੁੱਕ ਦੇ ਵਿੱਚ ਉਹ ਇੱਕ ਚੰਗਾ ਆਸਪੈਕਟ ਹੈਗਾ ਕਿਤਾਬ ਦਾ ਇਹ ਹਲੇ ਆਪਾਂ ਪੜਿਆ ਨਹੀਂ ਹਨਾ ਆਪਾਂ ਹੁਣ ਥਰਡ ਪੈਰਾਗ੍ਰਾਫ ਤੇ ਆਉਣ ਲੱਗੇ ਆ ਤੇ ਥਰਡ ਪੈਰਾਗ੍ਰਾਫ ਦੇ ਉੱਤੇ ਤੁਸੀਂ ਆ ਵੀ ਦੇਖੋ ਰਾਜੇ ਵਾਈ ਡਸ ਦਾ ਰਿਵਿਊਅਰ ਉਹ ਕਹਿੰਦੇ ਕਿ ਕਿਉਂ ਰਿਵਿਊਅਰ ਨੇ ਇਨਕਲੂਡ ਕੀਤੀਆਂ ਐਗਜ਼ਾਮਪਲਸ ਆਫ ਫਿਊਜੀਟਿਵ ਬਿਹੇਵੀਅਰ ਇਨ ਦਾ ਥਰਡ ਪੈਰਾਗ੍ਰਾਫ ਤਾਂ ਹੁਣ ਆਪਾਂ ਤੀਜੇ ਪੈਰਾਗ੍ਰਾਫ 'ਚ ਦੋ ਚੀਜ਼ਾਂ ਦੇਖਣੀਆਂ ਇੱਕ ਤਾਂ ਇਹ ਕਿ ਚਾਰਲਸ ਦੇ ਪਰਸਪੈਕਟਿਵ ਨੂੰ ਐਡ ਕਰਨਾ ਕੀ ਕਿਤਾਬ ਦੇ ਉੱਤੇ ਇੱਕ ਪੋਜ਼ਿਟਿਵ ਅਸਰ ਪਾਉਂਦਾ ਆ ਦੂਸਰਾ ਫਿਊਜੀਟਿਵ ਬਿਹੇਵੀਅਰ ਬਾਰੇ ਕੀ ਗੱਲ ਕੀਤੀ ਗਈ ਆ ਜਾਂ ਕਿਉਂ ਇਹਨੂੰ ਐਡ ਕੀਤਾ ਗਿਆ ਆ ਠੀਕ ਹੈ ਤਾਂ ਆਪਾਂ ਵਾਪਸ ਚੱਲਦੇ ਆ ਹੁਣ ਉਹ ਕਹਿੰਦੇ ਵਨ ਆਫ ਦਾ ਜੋਇਸ ਕੀ ਹੋ ਗਿਆ ਪੋਜ਼ਿਟਿਵ ਚੀਜ਼ ਖੁਸ਼ੀ ਹੈ ਨਾ ਉਹ ਕਹਿੰਦੇ ਜਿਹੜੇ ਵਨ ਆਫ ਦਾ ਜੋਇਸ ਹੈਗੇ ਆ ਬਹੁਤ ਸਾਰੀਆਂ ਖੁਸ਼ੀਆਂ ਚੋਂ ਇੱਕ ਹੈਗੀ ਆ ਕਿਹੜੀ ਆਫ ਦਾ ਸਪੈਂਸਰਸ book as a result not least of its use for Charles II's own narrative word ਆਪਣੇ ਕੋਲ ਆ ਗਿਆ ਨਾ ਚਾਰਲਸ ਦਾ ਜਿਹੜਾ ਆਪਣਾ ਪਰਸਪੈਕਟਿਵ ਹੈਗਾ as well as those of his supporters मतलब चार्ल्स का perspective भी दिखाया गया ਉਹਦੇ supporters ਦਾ perspective भी दिखाया गया is just how close the reader gets to the action ਇਹ ਚੀਜ਼ ਕੀ ਹੈਗੀ ਆ positive ਹੈਗੀ ਆ ਤਾਂ ਕਹਿਣਾ ਕੀ ਚਾਹੁੰਦੇ ਆ ਇਹ ਲਾਈਨ ਦੇ ਵਿੱਚ ਕਿ ਜਿਹੜਾ ਚਾਰਲਸ ਦਾ perspective ਦਿਖਾਇਆ ਗਿਆ ਤੇ ਚਾਰਲਸ ਦੇ supporters ਦਾ perspective ਦਿਖਾਇਆ ਗਿਆ ਉਹ ਚੀਜ਼ ਕੀ ਹੈਗੀ ਆ ਇਸ ਬੁੱਕ ਦੇ ਵਿੱਚ ਇੱਕ ਬੜੀ ਹੀ ਪੋਜ਼ਿਟਿਵ ਹੈਗੀ ਆ ਕਿਉਂਕਿ ਇਹਦੇ ਨਾਲ ਰੀਡਰ ਐਕਸ਼ਨ ਦੇ ਬਹੁਤ ਨੇੜੇ ਪਹੁੰਚ ਗਿਆ ਮਤਲਬ ਰੀਡਰ ਜਿਹੜਾ ਹੈਗਾ ਉਸ ਮੂਮੈਂਟਸ ਨੂੰ ਐਕਸਪੀਰੀਅੰਸ ਕਰ ਪਾ ਰਿਹਾ ਫੀਲ ਕਰ ਪਾ ਰਿਹਾ
ठीक है। सो तां करके ਜਿਹੜਾ ਆਪਣੇ ਕੋਲੇ ट्रू फॉल्स हैगा सी सॉरी यस नो सीगा ਉਹ ਕਹਿੰਦੇ ਕਿੱਥੇ ਪਹੁੰਚ ਗਏ ਆ ਵਾਲਾ ਰਾਜੇ द inclusion of Charles account is a positive aspect positive aspect ਦੇ ਲਈ ਉਹਨਾਂ ਨੇ ਕੀਵਰਡ ਯੂਜ਼ ਕੀਤਾ ਕਿ ਇਹ ਬੜੀ ਚੀਜ਼ ਗੁੱਡ ਹੈਗੀ ਆ ਹਨਾ ਤਾਂ ਆਪਣੇ ਕੋਲ ਇਹਦਾ ਆਨਸਰ ਕੀ ਆ ਗਿਆ ਯੈਸ ਆਨਸਰ ਆ ਗਿਆ ਠੀਕ ਹੈ। ਉਸ ਤੋਂ ਬਾਅਦ ਆਪਾਂ ਰੈਸਟ ਆਫ ਦਾ ਪੈਰਾਗ੍ਰਾਫ ਡਨ ਕਰਦੇ ਆ ਤਾਂ ਉਹ ਕਹਿੰਦੇ ਇਹ ਚੀਜ਼ ਬੜੀ ਪੋਜ਼ਿਟਿਵ ਹੈਗੀ ਆ द डे बाय डे रिटेलिंग फ्यूजिटिव्स डूइंग मतलब ਜਿਹੜੇ ਭਗੌੜੇ ਸੀ ਉਹ ਦਿਨ ਬ ਦਿਨ ਹਰ ਰੋਜ਼ ਕੀ ਕਰਦੇ ਸੀ प्रोवाइड डिलीशियस डिटेल बड़िया वधिया मजा आ रहा उन्होंने पढ़ के ठीक आ द कटिंग ऑफ किंग्स लॉन्ग हेयर हुण देखो आ सारियां डिटेल्स दित्तियां ने है ना डिटेल्स कादे वास्ते दित्तियां ने ड्राइव मतलब रीडर नूं मतलब इंजॉय करवाउण वास्ते बुक है ना किहड़ियां ने कटिंग द किंग्स लॉन्ग हेयर विद एग्रीकल्चरल शेयर्स यूज ऑफ वॉलनट लीव्स ਜਿਹੜੇ ਹੈਗੇ ਆ ਆਪਣੇ ਕੋਲੇ ਅਖਰੋਟ ਦੇ ਲੀਵਸ ਨੂੰ ਯੂਜ਼ ਕੀਤਾ ਗਿਆ ਟੂ ਡਾਈ ਹਿਸ ਪੇਲ ਸਕਿਨ ਉਹਦੇ ਗੋਰੇ ਰੰਗ ਨੂੰ ਛੁਪਾਉਣ ਵਾਸਤੇ ਦ ਡੇ ਚਾਰਲਸ ਸਪੈਂਡ ਲਾਈਂਗ ਔਨ ਦਾ ਬ੍ਰਾਂਚ ਆਫ ਗ੍ਰੇਟ ਓਕ ਟਰੀ in ਆ ਜਗ੍ਹਾ ਐਸ ਪਾਰਲੀਮੈਂਟਰੀ ਸੋਲਜਰ ਵਰ ਸਕਾਰਡਡ ਦਾ ਫੋਰੈਸਟ ਤਾਂ ਮਤਲਬ ਇਹਨਾਂ ਨੇ ਉਹ ਗੱਲਾਂ ਦੱਸੀਆਂ ਵੀ ਰਾਜੇ ਦੇ ਜੇ ਅਸੀਂ ਲੰਮੇ ਬਾਲ ਕੱਟੇ ਹਨਾ ਐਗਰੀਕਲਚਰਲ ਦੇ ਜਿਹੜੇ ਦਰਖਤ ਕੱਟਣ ਵਾਲੇ ਹੁੰਦੇ ਆ ਉਹਨਾਂ ਨੂੰ ਯੂਜ਼ ਕਰਕੇ ਜਾਂ ਅਸੀਂ ਰਾਜੇ ਦਾ ਜਿਹੜਾ ਗੋਰਾ ਰੰਗ ਸੀ ਜੀ ਉਹਨੂੰ ਅਸੀਂ ਡਾਈ ਕੀਤਾ ਵਾਲਨਟ ਦੇ ਪੱਤਿਆਂ ਨੂੰ ਯੂਜ਼ ਕਰਕੇ ਜਾਂ ਫਿਰ ਜੀ ਇੱਕ ਦਿਨ ਰਾਜਾ ਸਾਰਾ ਦਿਨ ਦਰਖਤ ਦੇ ਉੱਤੇ ਚੜ੍ਹ ਕੇ ਪਿਆ ਰਿਹਾ ਕਿਉਂਕਿ ਥੱਲੇ ਫੋਰੈਸਟ ਦੇ ਵਿੱਚ ਸੋਲਜਰ ਉਹਨੂੰ ਲੱਭ ਰਹੇ ਸੀ ਤਾਂ ਮਤਲਬ ਕੀ ਹੈ ਟੇਸਟ ਦੇ ਰਹੇ ਹੈਗੇ ਆ ਉਸ ਚੀਜ਼ ਦਾ ਜਦੋਂ ਜਿਹੜਾ ਹੈਗਾ ਰਾਜਾ ਕੀ ਸੀ ਫਿਊਜੀਟਿਵ ਸੀ ਤੇ ਪਰਸਪੈਕਟਿਵ ਦੇ ਰਹੇ ਆ ਇੱਥੇ ਕਿ ਰਾਜੇ ਨੂੰ ਕਿੱਦਾਂ ਫੀਲ ਹੋ ਰਿਹਾ ਸੀ ਜਾਂ ਉਹਦੇ ਜਿਹੜੇ ਆਪਾਂ ਕਹਿ ਸਕਦੇ ਸਪੋਰਟਰ ਸੀ ਉਹ ਕਿੱਦਾਂ ਡਰੇ ਹੋਏ ਸੀ ਐਕਸਾਈਟਡ ਸੀ ਕੀ ਇਮੋਸ਼ਨ ਸੀਗੇ ਉਹਦੇ ਵਿੱਚ ਹਨਾ ਠੀਕ ਹੈ ਤਾਂ ਆਪਣੇ ਕੋਲ ਆ ਗਿਆ ਥਰਡ ਪੈਰਾਗ੍ਰਾਫ ਤੇ ਥਰਡ ਪੈਰਾਗ੍ਰਾਫ ਦਾ ਆਪਾਂ ਕੁਐਸਚਨ ਦੇਖਦੇ ਹਾਂ ਜਿਹੜਾ ਆਪਾਂ ਨੂੰ ਦਿੱਤਾ ਗਿਆ ਸੀ ਕੁਐਸਚਨ ਕੀ ਕਹਿੰਦਾ ਹੈਗਾ ਤਾਂ ਉਹ ਕਹਿੰਦੇ ਜਿਹੜਾ ਫਿਊਜੀਟਿਵ ਬਿਹੇਵੀਅਰ ਦੀਆਂ ਐਗਜ਼ਾਮਪਲਾਂ ਸੀਗੀਆਂ ਉਹ ਰਿਵਿਊਅਰ ਨੇ ਕਿਉਂ ਐਡ ਕੀਤੀਆਂ ਮਜ਼ੇ ਦਿਵਾਉਣ ਵਾਸਤੇ ਆਬਵੀਅਸਲੀ ਜਿਹੜਾ ਰੀਡਰ ਹੈਗਾ ਉਹ ਇਸ ਚੀਜ਼ ਨੂੰ ਇੰਟਰਸਟਡ ਮਹਿਸੂਸ ਕਰੇ ਹਨਾ ਕਿ ਕੀ ਹੋਇਆ to explain how close Charles came to losing his life ਦੀ ਗੱਲ ਕੀਤੀ ਹੈ ਨਹੀਂ ਕੀਤੀ ਜੀ ਕੱਟ ਦੋ to suggest that Charles supporters were badly prepared ਕਿ ਉਹਦੇ supporters ਸੀਗੇ ਜਿਹੜੇ ਉਹ badly prepared ਸੀਗੇ preparation ਦੀ ਗੱਲ ਕੀਤੀ ਹੈ ਨਹੀਂ ਕੀਤੀ ਜੀ done to illustrate how the events of 6 weeks are brought to life ਆਹੀ ਤਾਂ ਦੱਸਿਆ ਹੈ brought to life ਦਾ ਕੀ ਮਤਲਬ ਹੈ ਕਿਵੇਂ ਉਹਨਾਂ ਇਵੈਂਟਸ ਨੂੰ ਜ਼ਿੰਦਗੀ ਦਿੱਤੀ ਗਈ ਆ ਮਤਲਬ ਕਿੰਨੇ ਸੋਹਣੇ ਤਰੀਕੇ ਨਾਲ ਉਹ ਇਵੈਂਟਸ ਐਕਸਪਲੇਨ ਕੀਤੇ ਗਏ ਆ ਕਿ ਰੀਡਰ ਨੂੰ ਪੂਰੇ ਫੀਲ ਹੋ ਰਿਹਾ ਆ ਕਿ ਰਾਜੇ ਦੇ ਵਾਲ ਕੱਟੇ ਜਾ ਰਹੇ ਆ ਜੀ ਰਾਜੇ ਦੀ ਸਕਿਨ ਨੂੰ ਡਾਈ ਕੀਤਾ ਜਾ ਰਿਹਾ ਤਾਂ ਬੇਸਿਕਲੀ ਆਪਾਂ ਕੀ ਕਰ ਰਹੇ ਆ ਉਸ ਟਾਈਮ ਨੂੰ ਜਿਹੜਾ ਹੈਗਾ ਵੀ ਆਰ ਕਮਿੰਗ ਦੈਟ ਟਾਈਮ ਟੂ ਦਾ ਲਾਈਫ ਟੂ ਆਰਗਿਊ ਸਰਟਨ ਐਸਪੈਕਟ not as well known ਹੁਣ ਦੇਖੋ certain aspects ਦੀ ਤਾਂ ਗੱਲ ਹੀ ਨਹੀਂ ਕੀਤੀ ਹੈਗੀ ਹਨਾ although ਉਹਨੇ ਐਗਜ਼ਾਮਪਲਾਂ ਦਿੱਤੀਆਂ ਨੇ ਪਰ ਐਗਜ਼ਾਮਪਲਾਂ ਕਿਹੜੇ ਕੰਟੈਕਸਟ ਦੇ ਵਿੱਚ ਦਿੱਤੀਆਂ ਨੇ ਦੇਖੋ ਐਗਜ਼ਾਮਪਲਾਂ ਕਾਹਦੀਆਂ ਦਿੱਤੀਆਂ ਨੇ ਉਹ ਕਹਿੰਦੇ ਕਿ ਫਿਊਜੀਟਿਵ ਡੂਇੰਗਸ ਕੀ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੀਆਂ ਕੀ ਦਿੱਤੀਆਂ ਗਈਆਂ ਨੇ ਡਿਲੀਸ਼ੀਅਸ ਡਿਟੇਲਸ ਦਿੱਤੀਆਂ ਗਈਆਂ ਨੇ ਮਤਲਬ ਲੋਕਾਂ ਨੂੰ ਉਸ ਚੀਜ਼ ਨੂੰ ਪੜ੍ਹ ਕੇ ਮਜ਼ਾ ਆਵੇ ਇਹ ਡਿਟੇਲਸ ਦਿੱਤੀਆਂ ਗਈਆਂ ਨੇ ਤਾਂ ਆਪਣੀ ਆਪਸ਼ਨ ਹੋ ਗਈ ਡਨ ਚਲੋ ਜੀ ਨੈਕਸਟ ਕੁਐਸਚਨ ਦੇਖਦੇ ਹਾਂ ਹੁਣ ਆਪਣੇ ਕੋਲੇ ਯੈਸ ਨੋ ਡਨ ਹੋ ਗਏ ਤੁਹਾਡੀਆਂ ਫਿਲ ਇਨ ਦਾ ਬਲੈਂਕਸ ਡਨ ਹੋ ਗਈਆਂ ਤੇ ਤੁਸੀਂ ਦੇਖੋ ਅਗਰ ਆਪਾਂ ਦੇਖੀਏ ਤਾਂ 3 ਪੈਰੇ ਬੜੇ ਨੇ ਹਲੇ ਤਾਂ ਜੇ ਕੋਈ ਬੱਚਾ ਜਿਹਦੀ ਰੀਡਿੰਗ ਸਲੋ ਆ 3 ਪੈਰੇ ਵੀ ਧਿਆਨ ਨਾਲ ਪੜ੍ਹ ਲੇ ਤਾਂ ਹੁਣ ਪਿਛਲੇ ਆਪਣੇ ਮੇਰੇ ਖਿਆਲ 'ਚ 3 ਕੁਐਸਚਨ ਰਹਿ ਗਏ ਹਨਾ ਤੇ ਤੁਸੀਂ ਰੀਡਿੰਗ ਦੇ ਵਿੱਚ ਆਪਣਿਆਂ ਕੀ ਨਾ ਲੈਂਦੇ ਹੁੰਦੇ ਆ 23 ਕੁਐਸਚਨ ਸਹੀ ਕਰਨੇ ਹੁੰਦੇ ਆ ਤਾਂ ਆਹ ਪੈਰੇ ਦੇ ਵਿੱਚੋਂ ਤਾਂ ਤੁਹਾਡੇ ਕੁਐਸਚਨ ਹੀ 3 ਗਲਤ ਹੈ ਮਤਲਬ 3 ਨਹੀਂ ਹੈਗੇ ਜਿਨ੍ਹਾਂ 'ਚ ਤੁਸੀਂ ਗੈਸ ਮਾਰਨਾ ਹੈਗਾ ਬਾਕੀ ਸਾਰੇ ਤਾਂ ਆਲਰੇਡੀ ਡਨ ਹੋ ਗਏ ਤਾਂ ਮਤਲਬ ਗੱਲ ਇਹ ਹੈਗੀ ਆ ਕਿ ਯੂ ਨੀਡ ਟੂ ਪੁੱਟ ਅ ਲੋਟ ਆਫ ਫੋਕਸ ਔਨ ਵਟ ਯੂ ਆਰ ਡੂਇੰਗ ਭਾਵੇਂ ਥੋੜਾ ਕਰ ਲਓ ਪਰ ਧਿਆਨ ਨਾ ਕਰੋ ਠੀਕ ਹੈ ਹੁਣ ਆਪਾਂ ਨੈਕਸਟ ਕੁਐਸਚਨ ਪੜ੍ਹਦੇ ਆ ਆਪਣਾ ਅਗਲਾ ਕੁਐਸਚਨ ਕੀ ਕਹਿੰਦਾ ਆ ਉਹ ਕਹਿੰਦੇ what point does the reviewer make ਕਿਹੜਾ ਪੁਆਇੰਟ ਹੈ ਜਿਹੜਾ ਰਿਵਿਊਅਰ ਮੇਕ ਕਰਦਾ ਆ about Charles II in the 4th paragraph ਚੌਥੇ ਪੈਰਾਗ੍ਰਾਫ ਦੇ ਵਿੱਚ ਚਾਰਲਸ II ਬਾਰੇ ਜਿਹੜਾ ਰਿਵਿਊਅਰ ਹੈ ਉਹ ਕਿਹੜਾ ਪੁਆਇੰਟ ਮੇਕ ਕਰਦਾ ਚਲੋ ਜੀ ਆਪਾਂ ਅਗਲੇ ਪੈਰੇ ਤੇ ਚੱਲੀਏ ਉਹ ਕਹਿੰਦੇ ਸਪੈਂਸਰਸ ਡਰਾ ਆਊਟ ਬੋਥ ਹਿਊਮਰ
ਹਿਊਮਰ ਕੀ ਹੋ ਗਿਆ, ਫਨ ਲਿਆਉਣਾ, ਐਕਸਾਈਟਮੈਂਟ ਲਿਆਉਣੀ। ਉਹਨੇ ਡਰਾ ਕੀਤੇ ਦੋਨੋਂ ਚੀਜ਼ਾਂ, ਹਿਊਮਰ ਜਿੱਦਾਂ ਕਿ ਰਿਫਿਊਜ਼ਲ ਆਫ ਚਾਰਲਸ ਫਰੈਂਡ ਹੈਨਰੀ Wilmot to adopt disguise on the grounds that he was beneath his dignity। ਤਾਂ ਜਿਹੜਾ ਚਾਰਲਸ ਦਾ ਫਰੈਂਡ ਹੈਰੀ ਸੀ ਉਹ ਕਹਿੰਦਾ ਮੈਂ ਨਹੀਂ ਭੱਜ ਸਕਦਾ, ਮੇਰੀ ਤਾਂ ਲੈਵਲ ਹੀ ਉੱਚਾ ਹੈਗਾ, ਮੇਰੇ ਤੋਂ ਨਹੀਂ ਭੱਜਿਆ ਜਾ ਸਕਦਾ, ਹਨਾ। ਤਾਂ ਉਹਦਾ ਲੈਵਲ ਆਫ ਡਿਗਨਿਟੀ ਸੀ ਜਿਹੜਾ ਉਹਦੇ ਤੋਂ ਥੱਲੇ ਸੀ ਇਹ ਚੀਜ਼ਾਂ। ਐਂਡ the emotional tension when the secret of king's presence was cautiously revealed, cautiously ਬੜੇ ਧਿਆਨ ਨਾਲ ਰਿਵੀਲ ਕੀਤਾ ਜਾਂਦਾ ਸੀ ਉਹਦੇ ਸਪੋਰਟਰਸ ਨੂੰ, ਹਨਾ। ਤਾਂ ਤੁਸੀਂ ਹੈਗੇ ਹੋ, ਤੁਸੀਂ ਕਿਸੇ ਪਰਟੀਕੂਲਰ ਸਿੰਗਰ ਦੇ ਜਾਂ ਮਿਊਜ਼ੀਸ਼ੀਅਨ ਦੇ ਫੈਨ ਹੋ ਤੇ ਤੁਹਾਨੂੰ ਪਤਾ ਲੱਗੇ ਵੀ ਉਹ ਬੰਦਾ ਤੁਹਾਡੇ ਵਿੱਚ ਹੈਗਾ, ਪਰ ਤੁਸੀਂ ਰੌਲਾ ਰੱਪਾ ਵੀ ਨਹੀਂ ਪਾ ਸਕਦੇ। ਤਾਂ ਉਹ ਜਿਹੜੀ ਇਮੋਸ਼ਨਲ ਸਟੇਟ ਹੈਗੀ ਆ ਉਹਦੇ ਬਾਰੇ ਕਿੱਦਾਂ ਐਕਸਪਲੇਨ ਕੀਤਾ ਗਿਆ ਉਹਨੂੰ ਦੱਸਿਆ ਹੈਗਾ, ਹਨਾ। ਚਾਰਲਸ ਐਡਵੈਂਚਰ, ਚਾਰਲਸ ਦੇ ਐਡਵੈਂਚਰ ਕੀ ਸੀਗੇ? ਆਫਟਰ ਲੂਜ਼ਿੰਗ ਦਾ ਬੈਟਲ ਵਾਰਚੈਸਟਰ ਟੂ ਹਾਈਡ ਦਾ ਅਨਕੰਫਰਟੇਬਲ ਟਰੂਥ that whilst almost everyone in England had been applauded by execution of his father, they had not welcomed the arrival of his son with the Scots army, but had instead firmly bolted their doors। ਤਾਂ ਉਹ ਕੀ ਕਹਿੰਦੇ ਕਿ ਜਦੋਂ ਚਾਰਲਸ ਦਾ ਸੈਕਿੰਡ ਦੇ ਫਾਦਰ ਦੀ ਡੈਥ ਹੋ ਗਈ, ਉਸ ਤੋਂ ਬਾਅਦ ਕੀ ਹੋਇਆ, ਚਾਰਲਸ ਨੇ ਜਿਹੜਾ ਹੈਗਾ ਸਕਾਟਸ ਨਾਲ ਆਪਣਾ ਸਮਝੌਤਾ ਕਰ ਲਿਆ। ਸਮਝੌਤਾ ਕਰਨ ਤੋਂ ਬਾਅਦ ਜਿਹੜੇ ਉੱਥੋਂ ਦੇ ਲੋਕ ਸੀਗੇ, ਲੋਕਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਦੇ ਫਾਦਰ ਦੀ ਡੈਥ ਹੋ ਗਈ ਤੇ ਉਹਨਾਂ ਨੂੰ ਇਹ ਵੀ ਪਤਾ ਲੱਗਿਆ ਕਿ ਰਾਜਾ ਸਕਾਟਸ ਨਾਲ ਰਲ ਗਿਆ, ਉਸ ਤੋਂ ਬਾਅਦ ਕੀ ਕੀਤਾ, ਬਟ ਹੈਡ ਇਨਸਟੈਡ ਫਰਮਲੀ ਬੋਲਟਡ देयर ਡੋਰਸ, ਬੋਲਟਡ देयर ਡੋਰ, ਦਰਵਾਜ਼ੇ ਬੰਦ ਕਰ ਲਏ ਲੋਕਾਂ ਨੇ ਰਾਜੇ ਵਾਸਤੇ ਆਪਦੇ। This was partially because he rode at the head of what looked like a foreign invasion force, and partially because after ਉਹ ਕਹਿੰਦੇ ਵੀ ਇੱਕ ਤਾਂ ਕਾਰਨ ਲੋਕਾਂ ਦੇ ਦਰਵਾਜ਼ੇ ਬੰਦ ਕਰਨ ਦਾ ਇਹ ਸੀ ਕਿ ਉਹ ਸਕਾਟਲੈਂਡ ਦੀ ਆਰਮੀ ਨਾਲ ਸੀ ਜਿਹੜੀ ਕਿ ਉਹਨਾਂ ਵਾਸਤੇ ਫੋਰਨ ਸੀਗੀ, ਤਾਂ ਲੋਕ ਉਹਨਾਂ ਤੇ ਭਰੋਸਾ ਨਹੀਂ ਕਰ ਪਾ ਰਹੇ ਸੀ। ਦੂਸਰਾ ਕੀ ਹੋਇਆ, after almost a decade of civil war, ਸਿਵਲ ਵਾਰ 10 ਸਾਲ ਚੱਲਣ ਤੋਂ ਬਾਅਦ ਪੀਪਲ ਵਰ ਡੈਸਪਰੇਟ ਟੂ ਅਵੋਇਡ ਇਟ ਬਿਗਨਿੰਗ ਅਗੇਨ। ਉਹਨਾਂ ਨੂੰ ਪਤਾ ਸੀ ਰਾਜਾ ਬਚ ਗਿਆ, ਲੜਾਈ ਫੇਰ ਹੋਊਗੀ, ਤਾਂ ਉਸ ਚੀਜ਼ ਨੂੰ ਅਵੋਇਡ ਕਰਨਾ ਚਾਹ ਰਹੇ ਸੀ। ਦਿਸ ਮੇਕਸ ਇਟ ਆਲ ਮੋਰ ਇੰਟਰਸਟਿੰਗ, ਇਹ ਸਾਰੀਆਂ ਚੀਜ਼ਾਂ ਇਹ ਸਿਚੁਏਸ਼ਨ ਨੂੰ ਹੋਰ ਇੰਟਰਸਟਿੰਗ ਬਣਾ ਦਿੰਦੀਆਂ ਨੇ। ਦੈਟ ਚਾਰਲਸ ਸੈਕਿੰਡ ਹਿਮਸੈਲਫ ਲਵਡ ਦਾ ਸਟੋਰੀ ਸੋ ਮਚ ਐਵਰ ਆਫਟਰ, ਉਸ ਤੋਂ ਬਾਅਦ ਵੀ ਚਾਰਲਸ ਸੈਕਿੰਡ ਨੂੰ ਸਟੋਰੀ ਬੜੀ ਪਸੰਦ ਹੈ ਜੀ, ਵੀ ਮੇਰੇ ਵਾਸਤੇ ਲੋਕਾਂ ਨੇ ਦਰਵਾਜ਼ੇ ਬੰਦ ਕਰ ਲਏ, ਵਾਹ ਵਾਹ ਕਿਤਨੀ ਅੱਛੀ ਬਾਤ ਹੈ। ਐਜ਼ ਵੈਲ ਐਜ਼ ਰੀਟੈਲਿੰਗ ਇਟ ਟੂ ਐਨੀਵਨ ਹੂ ਵੁਡ ਲਿਸਨ, causing eye rolling among the countries, he set in a train a series of initiatives of to memorialize it। ਤਾਂ ਉਹਨੇ ਕਾਫੀ ਸਾਰੀਆਂ ਚੀਜ਼ਾਂ ਕੀਤੀਆਂ ਉਹ ਸਾਰੇ ਦਿਨਾਂ ਨੂੰ ਯਾਦ ਕਰਨ ਵਾਸਤੇ। There was to be a new order of chivalry, the Knight of the Royal Oak series। ਉਹ ਕਹਿੰਦੇ ਵੀ ਇਹਦੇ ਵਾਸਤੇ ਬੜਾ ਉਹ ਆਪਾਂ ਕਹਿ ਸਕਦੇ ਹਾਂ ਕਿ ਬੜਾ ਦਿਖਾਵਾ ਕੀਤਾ ਗਿਆ, ਠੀਕ ਹੈ। as well as retelling ਇੱਥੋਂ ਤੱਕ ਹੋ ਗਿਆ। memorialize, there was a new order of chivalry, the Knights of the Royal Oak, a series of enormous oil paintings depicting the episodes were produced। ਤਾਂ ਬੜੀਆਂ ਸਾਰੀਆਂ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਉਹ ਚੀਜ਼ ਨੂੰ, ਉਹ ਟਾਈਮ ਨੂੰ ਬੜਾ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿੱਦਾਂ ਆਇਲ ਪੇਂਟਿੰਗ ਪ੍ਰੋਡਿਊਸ ਕੀਤੀਆਂ ਗਈਆਂ, ਇਨਕਲੂਡਿੰਗ ਅ 2 ਮੀਟਰ ਵਾਈਡ ਕੈਨਵਸ of Boscobel wood and set of 6 similar enormous painting of the king on the run। In 1660s, Charles commissioned the artist John Michael to write to paint a flying। ਉਹਨੇ ਜਿਹੜਾ ਹੈਗਾ ਕਿਸੇ ਨੂੰ ਹਾਇਰ ਕੀਤਾ ਕੋਈ ਫਲਾਈਂਗ ਪੇਂਟ ਕਰਨ ਵਾਸਤੇ, ਕਾਦੇ ਰਿਲੇਟਡ, ਹੁਣ ਚੀਜ਼ਾਂ ਬੋਰਿੰਗ ਹੋ ਰਹੀਆਂ ਨੇ, squadron of Chebungs carrying an oak tree on the heavens। ਉਹ ਕਹਿੰਦੇ ਕਿ ਉਹਨੇ ਇੱਕ ਪੇਂਟਿੰਗ ਬਣਾਉਣ ਵਾਸਤੇ ਕਿਸੇ ਪਰਸਨ ਨੂੰ ਕਿਹਾ ਸੀਗਾ, carrying an oak tree to the heavens to on the ceiling of his bed chamber। ਆਪਦੇ ਕਮਰੇ ਦੀ ਛੱਤ ਤੇ ਉਹਨੂੰ ਪੇਂਟਿੰਗ ਬਣਾਉਣ ਲਈ ਕਿਹਾ ਸੀ। It is hard to imagine many other kings
ਮਾਰਕਿੰਗ, ਉਹ ਕਹਿੰਦੇ ਕਿ ਚੀਜ਼ ਜਿਹੜੀ ਹੈਗੀ ਆ ਇਮੇजिन ਕਰਨੀ ਔਖੀ ਹੈ ਕਿ ਕੋਈ ਰਾਜਾ ਆਪਦੀ ਜ਼ਿੰਦਗੀ ਦੇ ਸਭ ਤੋਂ ਲੋਐਸਟ ਪੁਆਇੰਟ, ਜਿੱਥੇ ਉਹ ਡਿਫੀਟਡ ਸੀ, ਜਿੱਥੇ ਉਹ ਪੈਨੀਲੈਸ ਸੀਗਾ, ਉਸ ਚੀਜ਼ ਨੂੰ ਇੰਨੀ ਜ਼ਿਆਦਾ ਹਾਈਪ ਦੇਣ ਦੀ ਕੋਸ਼ਿਸ਼ ਕਰ ਰਿਹਾ ਆ, ਮਾਰਕਿੰਗ ਦਾ ਲੋਐਸਟ ਪੁਆਇੰਟ ਇਨ देयर ਲਾਈਫ ਸੋ ਐਂਥੂਸੀਆਸਟਿਕਲੀ, ਉਹ ਵੀ ਇੰਨੀ ਖੁਸ਼ੀ ਨਾਲ ਵੀ ਵਾਹ ਵਾਹ ਮੇਰੇ ਨਾਲ ਕੀ ਹੋਇਆ ਸੀਗਾ, ਔਰ ਇੰਡੀਡ ਪੁਲਿੰਗ ਸੱਚ ਐਨ ਐਸਕੇਪ ਇਨ ਦਾ ਫਸਟ ਪਲੇਸ। ਤਾਂ ਬੇਸਿਕਲੀ ਕਹਿਣਾ ਕੀ ਚਾਹ ਰਹੇ ਹੈਗੇ ਆ ਆਪਾਂ, ਇਹ ਕਹਿਣਾ ਚਾਹ ਰਹੇ ਆ ਕਿ ਜਿਹੜਾ ਹੈਗਾ ਉਸ ਟਾਈਮ ਨੂੰ ਜਦੋਂ ਉਹ ਬਹੁਤ ਬੁਰੇ ਹਾਲਾਤ ਦੇ ਵਿੱਚ ਸੀਗਾ, ਚਾਰਲਸ ਨੇ ਉਸ ਟਾਈਮ ਨੂੰ ਵੀ ਬੜੀ ਖੁਸ਼ੀ ਐਕਸਪਲੇਨ ਕੀਤਾ ਹੈਗਾ, ਬੜੀ ਆਪਾਂ ਕਹਿ ਸਕਦੇ ਹੈਗੇ ਆ ਕਿ ਉਹ ਟਾਈਮ ਨੂੰ ਬੜਾ ਇੰਜੋਏ ਕਰਦਾ ਹੈਗਾ, ਉਹਦੇ ਬਾਰੇ ਦੱਸਣਾ, ਉਹਦੇ ਬਾਰੇ ਪੇਂਟਿੰਗਸ ਬਣਵਾਉਣੀਆਂ, ਲੋਕਾਂ ਤੋਂ ਲਿਖਵਾਉਣਾ। ਠੀਕ ਹੈ, ਤਾਂ ਹੁਣ ਦੇਖਦੇ ਆ ਆਪਾਂ ਇਹਦੇ ਆਨਸਰ ਆਪਸ਼ਨਸ ਕੀ ਨੇ ਆਪਣੇ ਕੋਲ। ਤਾਂ ਉਹ ਕਹਿੰਦੇ ਵਟ ਪੁਆਇੰਟ ਰਿਵਿਊਅਰ ਮੇਕ, ਕਿਹੜਾ ਪੁਆਇੰਟ ਰਿਵਿਊਅਰ ਮੇਕ ਕਰਦਾ, ਤਾਂ ਐਂਡ ਤੋਂ ਸਟਾਰਟ ਕਰਦੇ ਆ। ਹੀ ਵਾਸ ਡਰਿਵਨ ਬਾय ਡਿਜ਼ਾਇਰ ਟੂ ਬੀ ਦਾ ਪਪੂਲਰ, ਰਾਜਾ ਹੈਗਾ ਆਲਰੇਡੀ ਪਪੂਲਰ ਹੈਗਾ, ਲੋੜ ਨਹੀਂ ਉਹਨੂੰ ਪਪੂਲੈਰਿਟੀ ਦੀ। ਹੀ ਏਮਡ ਟੂ ਰਿਸਟੋਰ ਪੀਪਲਸ ਫੇਥ ਇਨ ਮੋਨਾਰਕੀ, ਮੋਨਾਰਕੀ ਦੇ ਵਿੱਚ ਲੋਕਾਂ ਦਾ ਫੇਥ ਰਿਸਟੋਰ ਕਰਾਉਣਾ ਚਾਹੁੰਦਾ ਸੀ। ਮੋਨਾਰਕੀ ਕੀ ਹੋ ਗਿਆ, ਰਾਜੇ ਜਿਨ੍ਹਾਂ ਦੇ ਥੱਲੇ ਲੋਕ ਰਹਿੰਦੇ ਆ, ਨਹੀਂ। ਹੀ ਮਿਸਅੰਡਰਸਟੂਡ ਦਾ ਮੋਟਿਵਸ ਆਫ ਹਿਸ ਓਪੋਨੈਂਟਸ, ਹੁਣ ਆਪਾਂ ਇੱਥੇ ਸਾਰੀ ਦੀ ਸਾਰੀ ਗੱਲ ਕਾਹਦੇ ਬਾਰੇ ਕੀਤੀ ਹੈ ਵੀ ਚਾਰਲਸ ਕਿੰਨਾ ਖੁਸ਼ੀ ਹਨਾ ਲੋਕਾਂ ਨੂੰ ਇਹਦੇ ਬਾਰੇ ਦੱਸਦਾ ਫਿਰਦਾ ਵੀ ਮੈਂ ਹਾਰ ਗਿਆ ਸੀਗਾ। ਠੀਕ ਆ, ਸੋ ਆ ਚੀਜ਼ ਵੀ ਨਹੀਂ ਹੈਗੀ ਆਪਣੇ ਕੋਲੇ। he chooses to celebrate what was essentially a defeat, obviously ਹਨਾ ਉਸ ਚੀਜ਼ ਨੂੰ ਉਹ ਸੈਲੀਬ੍ਰੇਟ ਕਰ ਰਿਹਾ। ਸੈਲੀਬ੍ਰੇਟ ਕਿਦਾਂ ਕਰ ਰਿਹਾ, ਪੇਂਟਿੰਗਸ ਬਣਵਾ ਰਿਹਾ ਉਸ ਚੀਜ਼ ਦੀਆਂ ਆਪਦੇ ਕਮਰੇ ਦੀਆਂ ਛੱਤਾਂ ਤੇ, ਵਾਹ ਕਿ ਜਦੋਂ ਮੈਂ ਓਕ ਟਰੀ ਤੇ ਸਾਰਾ ਦਿਨ ਲਿਟਿਆ ਰਿਹਾ ਕਿਉਂਕਿ ਥੱਲੇ ਆਮੀਆਂ ਫਿਰਦੀਆਂ ਸੀ ਮੈਨੂੰ ਭਾਲਦੀਆਂ। ਸੋ ਬੇਸਿਕਲੀ ਰਾਜਾ ਕੀ ਕਰ ਰਿਹਾ, ਸੈਲੀਬ੍ਰੇਟ ਕਰ ਰਿਹਾ ਹੈਗਾ ਕਿਹੜੇ ਟਾਈਮ ਨੂੰ, ਜਿਹੜਾ ਉਹਦੀ ਜ਼ਿੰਦਗੀ ਦਾ ਲੋਐਸਟ ਪੁਆਇੰਟ ਸੀਗਾ। ਉਸ ਤੋਂ ਬਾਅਦ what does the reviewer say about Charles Spencer in the 5th paragraph, ਚਲੋ ਜੀ ਅਗਲੇ ਪੈਰੇ ਤੇ ਚੱਲਦੇ ਆ, ਕੀ ਕਹਿੰਦੀ ਹੈਗੀ ਆ ਰਾਈਟਰ, ਪਿੱਛੇ ਜਾਣਾ ਸੀ। ਉਸ ਤੋਂ ਬਾਅਦ ਉਹ ਕਹਿੰਦੇ ਚਾਰਲਸ ਸਪੈਂਸਰ is a perfect person to pass the story on to a new generation. His pacey, readable prose sears deftly clear the modern idioms and elegantly brings life the details of great tale. ਉਹ ਕਹਿੰਦੇ ਵੀ ਜਿਹੜੇ ਪਰਸਨ ਨੂੰ ਚੂਜ਼ ਕੀਤਾ ਗਿਆ ਸੀ ਨਾ, ਉਹ ਬੜਾ ਪਰਫੈਕਟ ਪਰਸਨ ਹੈਗਾ, ਜਿਹੜਾ ਇੰਨਾ ਹਿਊਮਰਸ ਹੈਗਾ, ਜਿਹੜਾ ਇੰਨਾ ਕੈਪੇਬਲ ਹੈਗਾ ਕਿ ਮਾਡਰਨ ਵੋਕੈਬ ਨੂੰ ਯੂਜ਼ ਕਰੇ ਉਹਨਾਂ ਸਾਰੇ ਇਨਸੀਡੈਂਟਸ ਨੂੰ ਨਰੇਟ ਕਰਨ ਵਾਸਤੇ, ਹਨਾ। he even handed sympathy for both the fugitive king and fierce republic regime, ਤਾਂ ਉਹਦੇ ਕੋਲੇ ਉਹਦੇ ਮਨ 'ਚ ਸਿੰਪਥੀ ਸੀ ਦੋਨਾਂ ਵਾਸਤੇ, ਕਿਹਦੇ ਵਾਸਤੇ, ਰਾਜੇ ਵਾਸਤੇ ਵੀ ਤੇ ਉਹ ਜਿਹੜੇ ਲੋਕ ਰਾਜੇ ਨੂੰ ਫੜਨਾ ਚਾਹ ਰਹੇ ਸੀ। that haunted him and he succeeds in the desire to explore far more of the background of story than previous book in the subject have done. ਤਾਂ background story ਨੂੰ ਇਹ ਬੰਦੇ ਨੇ ਬਹੁਤ ਜ਼ਿਆਦਾ ਡਿਟੇਲਡ ਤਰੀਕੇ ਨਾਲ ਐਕਸਪਲੇਨ ਕੀਤਾ ਆ। ਠੀਕ ਹੈ, indeed the opening third of the book is about how Charles II found himself at Worcester in the first place, which for some reason will alone to be the reason to catch the king. ਤਾਂ ਹੁਣ ਕੀ ਹੈਗਾ, ਆਪਣਾ ਬੰਦਾ, ਆਪਣਾ ਰਾਈਟਰ ਇੰਨਾ ਟੈਲੈਂਟਡ ਆ ਕਿ ਉਹਨੇ ਉਸ ਮੂਮੈਂਟ ਨੂੰ ਜ਼ਿੰਦਾ ਕਰਤਾ। ਉੱਪਰੋਂ ਉਹਨੇ ਕੀ ਕੀਤਾ ਹੈਗਾ ਕਿ ਦੋਨਾਂ ਪਾਸੇ ਦੇਖੋ ਉਹ ਕੀ ਹੈ, ਈਵਨ ਹੈਂਡਡ ਸਿੰਪਥੀ ਫॉर ਬੋਥ ਦਾ ਫਿਊਜੀਟਿਵ ਕਿੰਗ ਐਂਡ ਜਿਹੜੀ ਹੈਗੀ ਆ ਰਿਜਾਈਮ, ਦੋਨਾਂ ਵਾਸਤੇ ਉਹਨੇ ਕੀ ਕੀਤੀ ਆ, ਦੋਨਾਂ ਵਾਸਤੇ ਸਿੰਪਥੀ ਸ਼ੋ ਕੀਤੀ ਆ। ਮਤਲਬ ਦੋਨੋਂ ਸਾਈਡਾਂ ਬੈਲੈਂਸ ਰੱਖੀਆਂ ਨੇ, ਭਾਵਾਂ ਕਿ ਚਾਰਲਸ ਦਾ ਪੁਆਇੰਟ ਆਫ ਵਿਊ ਲਿਖ ਰਿਹਾ ਉਹ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨੇ ਪਾਰਲੀਮੈਂਟੇਰੀਅਨ ਫੋਰਸਿਸ ਨੂੰ ਬੁਰਾ ਬਣਾਤਾ, ਨਹੀਂ। ਦੋਨਾਂ ਚੀਜ਼ਾਂ ਨੂੰ ਕੀ ਰੱਖਿਆ ਹੈਗਾ, ਦੋਨਾਂ ਚੀਜ਼ਾਂ ਵਾਸਤੇ ਈਵਨ ਹੈਂਡਡ ਸਿੰਪਥੀ ਹੈਗੀ ਆ, ਮਤਲਬ ਦੋਨਾਂ ਚੀਜ਼ਾਂ ਨੂੰ ਸੇਮ ਰੱਖਿਆ ਹੈਗਾ, ਕੋਈ ਵੀ ਉਹਦੇ ਚ ਆਪਾਂ ਕਹਿ ਸਕਦੇ ਹਾਂ ਬਾਈਜ਼ਿੰਗ ਨਹੀਂ ਕੀਤੀ ਕਿਸੇ ਵੀ ਤਰੀਕੇ ਦੀ। ਠੀਕ ਹੈ, ਤਾਂ ਹੁਣ ਦੇਖਦੇ ਆ ਆਪਣੇ ਕੋਲੇ ਕੁਐਸਚਨਸ ਕੀ ਕਹਿੰਦੇ ਆ। ਉਹ ਕਹਿੰਦੇ ਕਿ 5th ਪੈਰਾਗ੍ਰਾਫ ਚ ਕੀ ਹੋਇਆ, his decision to write the book comes as a surprise. decision ਬਾਰੇ ਤਾਂ ਗੱਲ ਹੀ ਨਹੀਂ ਕੀਤੀ, ਆਪਸ਼ਨ ਹੀ ਨਹੀਂ ਹੈਗੀ। ਉਸ ਤੋਂ ਬਾਅਦ he takes an unbiased approach to take the subject matter. subject matter ਕੌਣ ਹੈ, ਇੱਕ ਪਾਸੇ ਚਾਰਲਸ ਨੇ, ਦੂਜੇ ਪਾਸੇ ਪਾਰਲੀਮੈਂਟੇਰੀਅਨ ਫੋਰਸਿਸ ਨੇ, ਤੇ ਦੋਨਾਂ ਨੂੰ ਇਕੁਅਲ ਉਹਨੇ ਰੱਖਿਆ ਹੈਗਾ। ਤਾਂ ਇਹਦਾ ਮਤਲਬ ਕੀ ਹੈਗਾ, ਇੱਕ ਅਨਬਾਇਸਡ ਅਪਰੋਚ ਲਈ ਹੈ। ਸਹੀ ਆਪਸ਼ਨ ਬੀ ਹੈਗੀ ਹੈ। ਸੀ ਦੇਖੋ, his description of the event would be better if they included more detail, ਜਦ ਕਿ ਉਹਨੇ ਕੀ ਕਿਹਾ
कि बहुत सारिया बुक्स नालों ये किताब की डिटेल जिहड़ी हैगी आ वो किते ज़्यादा हैगी आ। ठीक है, उस तो बाद अगे की कहते आ, ही चोज अ लैंग्वेज दैट इज सुटेबल फॉर 21st सेंचुरी ऑडियंस। ठीक हैगी आ, ही चूजेस अ लैंग्वेज, पर इन्हें की कहा सी मॉडर्न जिहड़े हैगे आ इडियोमैटिक एक्सप्रैशनस यूज किए हैगे आ किसी इवेंट नूं एक्सप्लेन करने वास्ते। तो अपने को सही ऑप्शन की आ गई, एक अनबायस्ड अप्रोच लई है। ठीक है जी, नैक्सट पढ़ते हैं की कहते हैं लास्ट क्वेश्चन, व्हेन द रिव्यूअर सेज द बुक डजंट क्वाइट हिट द मार्क। वो कहते कि जो रिव्यूअर ने यह गल कही है कि ठीक है किताब उड्डी गल भी नहीं बनी। ठीक है, शी इज मेकिंग द पॉइंट, वो किहड़ा पॉइंट मेक करने की कोशिश कर रही है। तो देखते हैं, मतलब यार जिहड़ा रिव्यूअर हुंदा ना वो हमेशा पहला किसी चीज़ के बैनीफिट्स मतलब चंगा करी जाऊगा, चंगा करी जाऊगा, एंड ते आके निंद दूगा या पहला निंदी जाऊगा। जिवें तुसीं आप टीवीआं 'च देखदे होने, पहला निंदी जाणगे एंड ते कहंदे इन्ना भी माड़ा नहीं सी, है ना। हुण इहने सारे बैनीफिट्स दसते, हुण दसूगा भी एड्डा भी चंगा नहीं हैगा सी, क्यों नहीं हैगा सी। देखते हैं द टेंटलाइजिंग क्वेश्चन लैफ्ट इन द एंड। वो कहंदे कि क्वेश्चन रह गया एंड दे विच इज दैट what it all meant, would Charles have been a different king। वो कहंदे कि की चार्ल्स एक वखरा राजा हो सकता सी had this 6 week never happened। अगर ये 6 हफ्ते जिहड़े जदों वो भज रहा सी आपदी जान बचाउण खातर, अगर ये 6 हफ्ते उन्हें जिंदगी च ना बिताए हुंदे तां की उन्हें किसी होर तरह का राजा होना सी, डिफरेंट किंग होना सी। These days and nights spent in hiding must have affected in some way। तो कहंदे कि जिहड़ा टाइम सी 6 हफ्तियां दा, ਇਹ टाइम ने राजे के दिमाग के उत्ते किसी तरह का कोई असर पाया होना, है ना। डिड द नीड टू अज्यूम डिसगाइज टू सर्वाइव ऑन अ विट, आपकी इच्छा के सिर ते जिंदा रहना, एंड चार्म अलोन, कल्ले हो भी, यू टू यूज ट्रिकरी एंड subterfuge to escape from tight corner help form him। तो वो कहते कि ये जिहड़ा औखा समा सी राजे दा, कि उन्हें उन्होंने फॉर्म करन च हेल्प की है, कि राजे दे उत्ते इस चीज़ का कोई असर होया है। वो कहते दिस इज द वन एरिया वेयर बुक डजंट क्वाइट हिट द मार्क। इदों बाद पढ़न की लोड़ नहीं, तुहानूं आंसर मिल गया। उन्हें सिंपल जी गल कही आ, वो कहंदा कि वो कहंदा जो भी हैगा ओदा परसपैक्टिव की है कि ये 4 हफ्तियां सॉरी 6 हफ्तियां दा की राजे दे उत्ते एज अ परसन कोई असर पिया हैगा, ये गल नूं इस बुक ने नहीं एक्सप्लेन किया। ठीक है, तो हुण अपने कोले ऑप्शंस देखते हैं की कहंदे आ। इट ओवरलुक्स द इंपैक्ट ऑफ इवेंट्स ऑन ऑर्डिनरी पीपल। ऑर्डिनरी पीपल की तो गल ही नहीं की, गल ही राजे की होई जाती है। It lacks an analysis of prevalent views on monarchy। मोनार्की दे उत्ते जिहड़े prevalent views ने, लोकां दे रिव्यूज ने, उहदे बारे गल नहीं की गई। मोनार्की दी गल उहने कीती नहीं लास्ट पैरे च, है ना। It omits any references to decide are practiced by Charles during his time on hiding। वो कहंदे कि जिहड़ियां चीज़ां राजे ने कीतियां सीगियां ਉਹਦੇ ਬਾਰੇ ਘੱਟ ਇਨਫੋਰਮੇਸ਼ਨ ਹੈ, ਜਦ ਕਿ ਉਹਨੇ ਕੀ ਕਿਹਾ ਇੰਪੈਕਟ ਬਾਰੇ ਘੱਟ ਇਨਫੋਰਮੇਸ਼ਨ ਹੈ। ਇਟ ਫੇਲਸ ਟੂ ਐਡਰੈਸ ਵੈਦਰ ਚਾਰਲਸ ਐਕਸਪੀਰੀਐਂਸਿਸ हैड अ ਲਾਸਟਿੰਗ ਇਨਫਲੂਐਂਸ ਔਨ ਹਿਮ। ਤੁਹਾਨੂੰ ਆਹ ਲਾਈਨ ਤੋਂ ਹੀ ਬੱਚੇ ਪਤਾ ਲੱਗ ਜਾਣਾ ਚਾਹੀਦਾ ਜਿੱਥੇ ਉਹਨਾਂ ਨੇ ਕਿਹਾ ਆ would Charles have been a different king had this 6 week never happened। कि चार्ल्स द सेकंड ने कोई होर तरह का राजा होना सी जे ये 6 हफ्ते उहदे ते ना बीते हुंदे। तां मतलब की है ये 6 हफ्तियां दा असर है राजे ते ये बुक ने वो चीज़ नूं एक्सप्लेन नहीं कीता। ते अपनी ऑप्शन की आ गई इहदे नाल ही तुहाडी डी ऑप्शन आ गई। ठीक है, आई होप ये रीडिंग के सारे पॉइंट्स तुहानूं क्लीयर हो गए होण। फिर भी इफ यू कम अक्रॉस एनी क्वेश्चन दैट इज नॉट एक्सप्लेन्ड इनफ, you can write it in the comment box, I'll try to answer that। That's all for today's section। Thank you everyone, keep supporting us and do subscribe the channel।